ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵੀ ਦਵਿੰਦਰ ਕੌਰ। ਅਸੀਂ ਇਸ ਵੇਲੇ ਚੰਡੀਗੜ੍ਹ ਦੇ ਸੈਕਟਰ 26 ਸਥਿਤ ਮੰਡੀ ਵਿੱਚ ਹਾਂ। ਸਵੇਰ ਦੇ 8:30-9 ਵਜੇ ਦਾ ਟਾਈਮ ਹੈ। ਅਸੀਂ ਗਰਾਊਂਡ ਜ਼ੀਰੋ ਤੇ ਪਹੁੰਚੇ ਹੋਏ ਹਾਂ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਆੜ੍ਹਤੀਆਂ ਤੇ ਹੋਰ ਲੋਕਾਂ ਦੀ ਰਾਏ ਕਿ ਉਹ ਕੀ ਸੋਚਦੇ ਨੇ ਖੇਤੀ ਕਾਨੂੰਨਾਂ ਬਾਰੇ, ਅਤੇ ਜਿਹੜੇ ਕਿਸਾਨ ਦਿੱਲੀ ਦੇ ਬਾਹਰ ਮੋਰਚਾ ਲਾ ਕੇ ਬੈਠੇ ਹਨ ਉਹਨਾਂ ਬਾਰੇ ਇਹਨਾਂ ਦੀ ਕੀ ਰਾਏ ਹੈ। ਮੰਡੀਆਂ ਖਤਮ ਹੋ ਰਹੀਆਂ ਹਨ, APMC ਨਹੀਂ ਰਹਿਣੇ, ਤਾਂ ਇਹੋ ਜਿਹੀ ਸਥਿਤੀ ਵਿੱਚ ਆੜ੍ਹਤੀਆਂ ਦੀ ਕੀ ਪੋਜੀਸ਼ਨ ਹੈ। ਰਣਨੀਤਿਕ ਤੌਰ 'ਤੇ ਉਹ ਕੀ ਸੋਚਦੇ ਹਨ, ਵਿਚਾਰਧਾਰਕ ਤੌਰ 'ਤੇ ਉਹ ਕੀ ਸੋਚਦੇ ਹਨ। ਅਸੀਂ ਵੱਖ-ਵੱਖ ਲੋਕਾਂ ਨਾਲ, ਆੜ੍ਹਤੀਆਂ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਨਾ ਚਾਹੁੰਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਨੇ, ਉਹ ਕਾਨੂੰਨਾਂ ਬਾਰੇ ਕਿਵੇਂ ਸੋਚਦੇ ਨੇ। ਅਤੇ ਤੁਸੀਂ ਇਹ ਵੀ ਦੇਖ ਰਹੇ ਹੋ ਕਿ ਇਸ ਯਾਰਡ ਵਿੱਚ ਕਿਸਾਨਾਂ ਦੇ ਹੱਕ ਵਿੱਚ ਇੱਕ ਬੈਨਰ ਲੱਗਿਆ ਹੋਇਆ ਹੈ, ਜੈ ਜਵਾਨ ਜੈ ਕਿਸਾਨ, ਅਤੇ ਉਹਨਾਂ ਨੇ ਲਿਖਿਆ ਹੋਇਆ ਹੈ ਵੀ ਸਪੋਰਟ ਫਾਰਮਰਸ। ਅਤੇ ਦਿਲਚਸਪ ਗੱਲ ਹੈ ਕਿ ਹਰ ਥਾਂ ਤੇ ਸਾਰੇ ਲੋਕ ਖੁੱਲ੍ਹ ਕੇ ਕਿਸਾਨਾਂ ਦੇ ਹੱਕ ਵਿੱਚ ਨਹੀਂ ਆਉਂਦੇ। ਉਹ ਹੱਕ ਵਿੱਚ ਹਨ ਪਰ ਉਹ ਬੋਲਣਾ ਨਹੀਂ ਚਾਹੁੰਦੇ। ਉਹ ਸਾਫ਼ ਕਹਿ ਦਿੰਦੇ ਨੇ ਕਿ ਅਸੀਂ ਬੋਲਣਾ ਨਹੀਂ। ਇੱਥੇ ਦੇਖਦੇ ਹਾਂ ਮੰਡੀ ਵਿੱਚ ਕਿਸ ਤਰ੍ਹਾਂ ਦੇ ਲੋਕ ਸਾਨੂੰ ਮਿਲਦੇ ਹਨ। ਆਓ ਆਪਾਂ ਆੜ੍ਹਤੀਆਂ ਨਾਲ ਗੱਲ ਕਰਦੇ ਹਾਂ। ਅਤੇ ਅਸੀਂ ਗੱਲ ਕਰਦੇ ਹਾਂ ਅਰਿਹੰਤ ਵੈਜੀਟੇਬਲਸ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਤਨ ਜੈਨ ਜੀ ਹੋਰਾਂ ਨਾਲ। ਤੇ ਇਹਨਾਂ ਨੇ ਕਿਉਂਕਿ ਇੱਥੇ ਜੈ ਜਵਾਨ ਜੈ ਕਿਸਾਨ ਦਾ ਬੈਨਰ ਲਾਇਆ ਹੋਇਆ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਨਵੇਂ ਖੇਤੀ ਕਾਨੂੰਨਾਂ ਬਾਰੇ ਅਤੇ ਦਿੱਲੀ ਦੇ ਆਲੇ ਦੁਆਲੇ ਮੋਰਚਾ ਲਾ ਕੇ ਬੈਠੇ ਕਿਸਾਨਾਂ ਬਾਰੇ ਕੀ ਸੋਚਦੇ ਹਨ। ਜੈਨ ਜੀ, ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਇਹ ਸਾਰੇ ਨਵੇਂ ਕਾਨੂੰਨਾਂ ਬਾਰੇ? ਇਹ ਨਵੇਂ ਕਾਨੂੰਨ ਜੀ ਬੇਸਿਕਲੀ ਕਿਸਾਨ ਦੇ ਹਿੱਤ 'ਚ ਨਹੀਂ ਹੈਗੇ ਹੈ, ਇਹ ਸਾਡੇ ਅਗੇਂਸਟ ਵੀ ਹੈਗੇ ਹੈ, ਕਿਉਂਕਿ ਸਰਕਾਰ ਸਾਨੂੰ ਵਿਚੋਲੀਆ ਘੋਸ਼ਿਤ ਕਰ ਰਹੀ ਹੈ ਵੀ ਇਹ ਵਿਚੋਲੀਏ ਹੈਗੇ ਆ। ਅਸੀਂ ਵਿਚੋਲੀਏ ਨਹੀਂ ਹੈਗੇ, ਅਸੀਂ ਸਰਵਿਸ ਪ੍ਰੋਵਾਈਡਰ ਹੈਗੇ ਆ। ਅਸੀਂ ਉਹਨਾਂ ਦਾ ਮਾਲ ਚੰਗੇ ਦਾਮਾਂ 'ਤੇ ਵੇਚ ਕੇ ਉਹਨਾਂ ਨੂੰ ਪੈਸੇ ਦਿੰਦੇ ਹਾਂ, ਉਹਨਾਂ ਦੀ ਵੀ ਬੇਸਿਕ ਹੈਲਪ ਵੀ ਕਰਦੇ ਹਾਂ ਕਦੀ ਜੇ ਉਹਨਾਂ ਨੂੰ ਕਦੀ ਲੋੜ ਪੈਂਦੀ ਹੈ। ਅਗਰ ਇਹ ਕਾਨੂੰਨ ਆਉਂਦੇ ਹੈ ਤਾਂ ਕਾਰਪੋਰੇਟ ਜਿਹੜੇ ਹੈਗੇ ਆ, ਵੱਡੇ ਵੱਡੇ ਕਾਰਪੋਰੇਟ ਹੈਗੇ ਆ, ਉਹ ਆਉਣਗੇ ਮੈਦਾਨ ਦੇ ਵਿੱਚ, ਉਹ ਸਾਨੂੰ ਬਿਲਕੁਲ ਖ਼ਤਮ ਕਰ ਦੇਣਗੇ ਮੰਡੀਆਂ ਨੂੰ ਬਿਲਕੁਲ ਹੀ। ਅਤੇ ਉਸ ਤੋਂ ਬਾਅਦ ਫਿਰ ਆਮ ਪਬਲਿਕ, ਜ਼ਿਮੀਂਦਾਰ, ਸਭ ਉਹਨਾਂ ਦਾ ਸਭ ਨੂੰ ਬਹੁਤ ਪਰੇਸ਼ਾਨੀ ਹੋਣ ਵਾਲੀ ਹੈ। ਤੁਸੀਂ ਜਿਸ ਤਰ੍ਹਾਂ ਹੁਣ ਇੰਨੇ ਲੋਕ ਨੇ ਇੱਥੇ ਮੰਡੀ ਵਿੱਚ, ਇੰਨੇ ਕੰਮ ਕਰ ਰਹੇ ਨੇ ਮਜ਼ਦੂਰ ਜਾਂ ਵੱਖ-ਵੱਖ ਵਰਗ, ਤੇ ਤੁਹਾਨੂੰ ਲੱਗਦਾ ਕਿ ਉਹਨਾਂ 'ਤੇ ਵੀ ਕੋਈ ਅਸਰ ਪਊਗਾ ਅਤੇ ਤੁਹਾਡੇ ਰੁਜ਼ਗਾਰ 'ਤੇ ਕੀ ਅਸਰ ਪਏਗਾ? ਸਾਡਾ ਰੁਜ਼ਗਾਰ ਤਾਂ ਜੀ ਦੇਖੋ 2-4 ਸਾਲ 'ਚ ਖਤਮ ਹੋ ਜਾਏਗਾ ਬਿਲਕੁਲ ਹੀ। ਅਤੇ ਸਾਡੇ ਨਾਲ ਜਿਹੜੇ ਜੁੜੇ ਹੋਏ ਹੈ, ਮੁਨੀਮ ਹੈ, ਪੱਲੇਦਾਰ ਹੈ, ਉਹ ਲੱਖੋਂ ਲੋਕ ਬੇਰੁਜ਼ਗਾਰ ਹੋ ਜਾਣਗੇ। ਕੀ ਫਿਰ ਜੇ ਵੱਡੇ ਵਿਚੋਲੀਏ ਆਉਂਦੇ ਨੇ, ਵਿਚੋਲੇ ਜਿਸ ਤਰ੍ਹਾਂ ਅੰਬਾਨੀਜ਼, ਅਡਾਨੀਜ਼, ਉਹ ਜ਼ਮੀਨਾਂ ਖਰੀਦ ਲੈਂਦੇ ਨੇ ਜਾਂ ਉਹ ਖੇਤੀ ਕਰਵਾਉਣ ਲੱਗ ਜਾਂਦੇ ਨੇ ਲੀਜ਼ 'ਤੇ ਲੈ ਕੇ, ਕਿ ਫਿਰ ਉਹਨਾਂ ਨੂੰ ਵੀ ਤਾਂ ਲੋਕਾਂ ਦੀ ਲੋੜ ਪਏਗੀ? ਉਹਨਾਂ ਨੂੰ ਲੋਕਾਂ ਦੀ ਲੋੜ ਪਏਗੀ, ਉਹ ਬਹੁਤ ਘੱਟ ਉਹਨਾਂ ਨੂੰ ਲੋਕਾਂ ਦੀ ਲੋੜ ਪਏਗੀ, ਕਿਉਂ ਉਹ ਸਾਰਾ ਮਸ਼ੀਨੀ ਕੰਮ ਕਰਦੇ ਹੈਗੇ ਹੈ ਅਤੇ ਪੜ੍ਹੇ ਲਿਖੇ ਬੰਦੇ ਚਾਹੀਦੇ ਹੋਣਗੇ ਉਹਨਾਂ ਨੂੰ। ਸਾਡੇ ਕੋਲ ਲੇਬਰ ਜਿਹੜੀ ਹੈਗੀ ਆ ਅਨਪੜ੍ਹ ਹੈਗੀ ਹੈ, ਬਹੁਤ ਜ਼ਿਆਦਾ ਘੱਟ ਪੜ੍ਹੀ ਲਿਖੀ ਹੈ, ਉਹ ਉਹਨਾਂ ਦੇ ਕੰਮ ਕਾਜ 'ਚ ਨਹੀਂ ਆ ਪਾਏਗੀ ਉਹ। ਸੋ ਤੁਸੀਂ ਮੰਨਦੇ ਹੋ ਕਿ ਜਿਹੜੇ ਕਿਸਾਨ ਬੈਠੇ ਨੇ ਦਿੱਲੀ ਦੇ ਬਾਹਰ ਮੋਰਚੇ ਲਾ ਕੇ, ਉਹ ਠੀਕ ਬੈਠੇ ਨੇ? ਉਹ ਠੀਕ ਹੈ ਜੀ, ਸਾਡੇ ਦੇ ਵਾਸਤੇ ਤਾਂ ਠੀਕ ਹੀ ਬੈਠੇ ਹੈ। ਸਾਡਾ ਤਾਂ ਰੋਜ਼ਗਾਰ ਹੀ ਉਹਨਾਂ ਨਾਲ ਹੈਗਾ। ਜੇ ਅਗਰ ਕਿਸਾਨ ਨਹੀਂ ਹੈਗੇ ਅਸੀਂ ਤਾਂ ਕਿਤੇ ਵੀ ਸਰਵਾਈਵ ਨਹੀਂ ਕਰ ਪਾਵਾਂਗੇ। ਕੀ ਆਮ ਲੋਕਾਂ ਨੂੰ ਚੀਜ਼ਾਂ ਠੀਕ ਭਾਅ 'ਤੇ ਮਿਲਦੀਆਂ ਰਹਿਣਗੀਆਂ ਜੇ ਨਵੇਂ ਕਾਨੂੰਨ ਲਾਗੂ ਹੋ ਜਾਂਦੇ ਨੇ? ਨਹੀਂ ਜੀ, ਕਾਰਪੋਰੇਟ ਕਿਉਂ ਦੇਗਾ ਉਹਨਾਂ ਨੂੰ ਠੀਕ ਰੇਟ 'ਤੇ? ਉਹ ਇੱਕ ਰੇਟ ਫਿਕਸ ਕਰ ਦੇਗਾ ਵੀ ਗੋਭੀ ਤੁਹਾਨੂੰ 20 ਰੁਪਏ ਕਿਲੋ ਮਿਲੇਗੀ, ਉਹ ਗੋਭੀ 20 ਰੁਪਏ ਕਿਲੋ ਹੀ ਮਿਲੇਗੀ। ਚਾਹੇ ਰੇਟ 5 ਰੁਪਏ ਕਿਲੋ ਹੈਗਾ, ਉਹ ਗੋਭੀ ਨੂੰ ਸਾੜ ਦੇਗਾ ਲੇਕਿਨ ਉਹ ਰੇਟ ਘੱਟ ਨਹੀਂ ਕਰੇਗਾ। ਜਿਸ ਤਰ੍ਹਾਂ ਵੱਡੀਆਂ ਮਾਲਾਂ ਵਿੱਚ ਰਿਲਾਇੰਸ ਦੇ ਸਮੇਤ, ਰਿਲਾਇੰਸ ਦੇ ਵੱਡੀਆਂ ਜਿਹੜੇ ਮਾਲਾਂ ਨੇ ਉਹਨਾਂ ਵਿੱਚ ਜਿਸ ਤਰ੍ਹਾਂ ਛੱਲੀ 80 ਰੁਪਏ ਤੋਂ 100 ਰੁਪਏ ਦੀ ਇੱਕ ਛੱਲੀ, ਇਸੇ ਤਰ੍ਹਾਂ ਗਨੇਰੀਆਂ ਆ ਗਈਆਂ, ਬੜੀਆਂ ਮਹਿੰਗੀਆਂ ਚੀਜ਼ਾਂ ਨੇ। ਲਸਣ ਜਿਸ ਤਰ੍ਹਾਂ 150 ਰੁਪਏ ਕਿਲੋ ਦੇ ਕਰੀਬ ਉਹਨਾਂ ਦੀਆਂ ਮਾਲਾਂ 'ਚ ਹੈ, ਪੈਕਟਾਂ ਵਿੱਚ। ਅਤੇ ਇੱਥੇ ਮੰਡੀ ਵਿੱਚ ਕੀ ਰੇਟ ਨੇ, ਕਿਸ ਤਰ੍ਹਾਂ, ਕਿੰਨਾ ਕੁ फ़र्क पै जाएगा? डबल का फ़र्क पड़ जाएगा। यहाँ तो मॉल में और यहाँ पर बहुत फ़र्क है। जो मंडियाँ हैं यहाँ पर किसान का जो माल हल्का भी है वो भी बिकता है, बढ़िया है वो तो बिकना ही बिकना है। जो हल्के से हल्का है वो भी बिक जाता है, लेकिन मॉल में आपको क्वालिटी मिलेगी, वो अच्छी क्वालिटी देंगे और डबल ट्रिपल दाम लेंगे आपसे। सो नवे खेती कानून रद्द होने चाहिए ने तुहाडे मुताबिक? हमारे हिसाब से रद्द होने चाहिए जी। बाकी
सरकार देखते क्या करती है, किसान तो लगे ही हुए हैं हमारे लिए। ਜਿਸ ਤਰ੍ਹਾਂ ਹੁਣ ਇਹ ਇੰਨੀ ਵੱਡੀ ਮੰਡੀ ਹੈ, ਭਾਵੇਂ ਭੀੜ ਮਤਲਬ ਤੰਗ ਜਾਪਦੀ ਹੈ ਇਹ ਥਾਂ ਮੰਡੀ ਦੇ ਹਿਸਾਬ ਨਾਲ, ਪਰ ਫਿਰ ਵੀ ਕਾਫੀ ਥਾਂ ਹੈ ਇਹ, ਤੇ ਇੱਥੇ ਬਹੁਤ ਲੋਕ ਸਧਾਰਨ ਛੋਟਾ ਛੋਟਾ ਸਮਾਨ ਖਰੀਦ ਕੇ, ਔਰਤਾਂ ਵੀ ਸਮਾਨ ਵੇਚ ਰਹੀਆਂ ਨੇ। ਸੁਭਾਵਿਕ ਹੈ ਕਿ ਉਹ ਸਕਿਲਡ ਲੇਬਰ ਨਹੀਂ ਹੈਗੇ ਤੇ ਉਹ ਆਪਣੇ ਬੱਚੇ ਪਾਲ ਰਹੇ ਨੇ ਸਾਰੇ ਲੋਕ। ਇਸ ਮੰਡੀ ਦੀ ਦਸ਼ਾ ਜੇ ਇਹ ਕਾਨੂੰਨ ਲਾਗੂ ਹੋ ਜਾਂਦੇ ਨੇ, ਇਹ ਕਿਸ ਤਰ੍ਹਾਂ ਦੀ ਹੋਏਗੀ ਇਹ ਮੰਡੀ? ਇਹ ਮੰਡੀ ਤਾਂ ਖਤਮ ਹੀ ਹੋ ਜਾਏਗੀ ਜੀ। ਜਦੋਂ ਇਹ ਵੱਡੇ ਵੱਡੇ ਕਾਰਪੋਰੇਟ ਆ ਜਾਣਗੇ ਫਿਰ ਉਹਦੇ ਕੋਈ ਵਜੂਦ ਨਹੀਂ ਰਹੇਗਾ ਸਾਡਾ, ਨਾ ਖਰੀਦਣ ਵਾਲਿਆਂ ਦਾ ਵਜੂਦ ਰਹੇਗਾ, ਨਾ ਸਾਡਾ ਵਜੂਦ ਰਹੇਗਾ। ਸਾਡੀ ਡਿਮਾਂਡ ਬਹੁਤ ਦਿਨ ਤੋਂ ਸੀਗੀ ਵੀ ਇਹ ਸਾਨੂੰ 26 ਤੋਂ 39 ਸ਼ਿਫਟ ਕੀਤਾ ਜਾਏ ਜੀ। ਸਾਨੂੰ ਇਹ ਲੱਗਦਾ ਵੀ 2-4 ਸਾਲ ਬਾਅਦ ਅਗਰ ਇਹ ਪੀਰੀਅਡ ਲੰਘ ਜਾਂਦਾ ਹੈਗਾ, ਉਸ ਤੋਂ ਬਾਅਦ ਉਹ 39 ਦੀ ਮੰਡੀ ਦਾ ਵੀ ਕੋਈ ਵਜੂਦ ਨਹੀਂ ਰਹੇਗਾ, ਉਹ ਵੀ ਕਿਸੇ ਕਾਰਪੋਰੇਟ ਨੂੰ ਦੇ ਦਿੱਤੀ ਜਾਏਗੀ, ਉਹ ਕਾਰਪੋਰੇਟ ਸੰਭਾਲੇਗਾ ਉੱਥੇ। ਫਿਰ ਇਹ ਹੋਏਗਾ ਵੀ ਸਾਡੇ ਵਰਗੇ ਆੜ੍ਹਤੀ ਉੱਥੇ ਜਾ ਕੇ ਕਾਰਪੋਰੇਟ ਤੋਂ ਪਹਿਲਾਂ ਪੈਸੇ ਜਮ੍ਹਾਂ ਕਰਾ ਕੇ ਗੇਟ ਪਾਸ ਲੈ ਕੇ ਕੋਈ ਗੋਭੀ ਦੇ ਬੀਜ ਨਗ ਲਾਇਆ, ਕੋਈ ਆਲੂ ਲਿਆਇਆ, ਕੋਈ ਰਿਟੇਲ ਸੇਲ ਕਰਨ ਜੋਗੇ ਰਹਿ ਜਾਣਗੇ ਇਸ ਤਰ੍ਹਾਂ। ਨਹੀਂ, ਪਰ ਉਹ ਜਿਹੜੇ ਪਹਿਲਾਂ ਕਿਰਤ ਕਾਨੂੰਨ ਆਏ ਨੇ ਜਾਂ ਹੋਰ ਕਾਨੂੰਨ ਆਏ ਨੇ, ਉਹਦੇ ਤਹਿਤ ਕੋਈ ਫੜੀ ਲਾ ਕੇ ਵੀ ਨਹੀਂ ਚੀਜ਼ਾਂ ਵੇਚ ਸਕੇਗਾ, ਕੀ ਇਹ ਹੋਰ ਬਹੁਤ ਨੁਕਸਾਨਦੇਹ ਨਹੀਂ ਹੋਏਗਾ? ਅਗਰ ਫੜੀ ਲਾ ਕੇ ਨਹੀਂ ਵੇਚ ਸਕੇਗਾ ਫਿਰ ਤਾਂ ਮਾਲ ਤੋਂ ਹੀ ਸਬਜ਼ੀ ਲੈਣੀ ਪੈਣੀ ਹੈ ਸਭ ਨੂੰ, ਫਿਰ ਮਾਲ ਤੋਂ ਸਬਜ਼ੀ ਘੱਟ ਨਹੀਂ ਮਿਲੇਗੀ ਕਿਸੇ ਨੂੰ ਵੀ। ਫਿਰ ਸਬਜ਼ੀ ਕਿਸੇ ਨੂੰ, ਮੈਨੂੰ ਇਹ ਲੱਗਦਾ ਫਿਰ ਸਬਜ਼ੀ ਲੋਕਾਂ ਨੂੰ ਮਿਲੇਗੀ ਘੱਟ। ਹੁਣ ਤਾਂ ਹਰ ਇੱਕ ਰੇਹੜੀ ਵਾਲਾ ਹਰ ਇੱਕ ਸੈਕਟਰ 'ਚ ਜਾਂਦਾ, 20-30 ਰੇਹੜੀਆਂ ਜਾਂਦੀਆਂ, ਲੇਡੀਜ਼ ਘਰੋਂ ਨਿਕਲਦੀਆਂ ਬਾਹਰੋਂ ਰੇਹੜੀ ਤੋਂ ਪਰਚੇਜ਼ ਕਰਦੀਆਂ, ਆਪਣੀ ਸਬਜ਼ੀ ਬਣਾ ਲੈਂਦੀਆਂ। ਹੁਣ ਇੰਨਾ ਕਿੰਨਾ ਕੋਈ ਬੰਦਾ ਵਿਹਲਾ ਹੈਗਾ ਵੀ ਜਾ ਕੇ ਮਾਲ ਤੋਂ ਜਾ ਕੇ ਸਬਜ਼ੀ ਲਿਆਏ, ਜਾਂ ਉਹਦਾ ਹਸਬੈਂਡ ਜਾਏ, ਉਹ ਆਪਣਾ ਕੰਮ ਕਰੇਗਾ ਕਿ ਐ ਸਬਜ਼ੀ ਮਾਲ 'ਚ ਜਾ ਕੇ ਖਰੀਦੇਗਾ? ਪਹਿਲਾਂ ਉਹਨਾਂ ਦੇ ਪਾਰਕਿੰਗ ਦਿਓ 40-50 ਰੁਪਈਏ, ਫਿਰ ਸਬਜ਼ੀ ਲੈ ਕੇ ਆਓ, ਸਬਜ਼ੀ ਵੀ 1.5 ਗੁਣਾ 2 ਗੁਣਾ ਰੇਟ 'ਤੇ ਲੈ ਕੇ ਆਓ। ਹੁਣ ਤਾਂ ਇਹ ਹੈ ਵੀ ਜਿਹੜਾ ਗਰੀਬ ਤੋਂ ਗਰੀਬ ਆਦਮੀ ਵੀ ਸਬਜ਼ੀ ਲੈ ਲੈਂਦਾ, ਰੇਹੜੀ 'ਤੇ ਵੀ ਲੈ ਲੈਂਦਾ, ਮੰਡੀ ਵੀ ਪਰਚੇਜ਼ ਕਰਕੇ ਲੈ ਜਾਂਦਾ। ਫਿਰ ਇਹ ਸਾਰੇ ਰੋਜ਼ਗਾਰ ਹੀ ਬੰਦ ਹੋ ਜਾਏਗਾ ਸਾਡਾ। ਤਾਂ ਬਿਲਕੁਲ ਹੀ ਸਾਨੂੰ ਤਾਂ ਇਹ ਲੱਗਦਾ ਵੀ 2-4 ਸਾਲ ਦੇ ਵਿੱਚ ਅਸੀਂ ਘਰ ਬਹਿ ਜਾਵਾਂਗੇ। ਜਿਸ ਤਰ੍ਹਾਂ ਇੱਥੇ ਬਹੁਤ ਸਾਰੀਆਂ ਔਰਤਾਂ ਵੀ ਸਮਾਨ ਵੇਚ ਰਹੀਆਂ ਨੇ, ਕੋਵਿਡ ਵੇਲੇ ਤੋਂ ਲੈ ਕੇ ਹਾਲਾਤ ਖਰਾਬ ਹੋ ਰਹੇ ਨੇ ਰੁਜ਼ਗਾਰ ਦੇ ਪੱਖੋਂ ਲੋਕਾਂ ਦੇ, ਤੇ ਔਰਤਾਂ ਦੀ ਇੱਥੇ ਕਿੰਨੀ ਕੁ ਗਿਣਤੀ ਹੈ, ਕਿਸ ਰੂਪ 'ਚ ਹੈ? ਦੇਖੋ, ਕੋਵਿਡ ਦੇ ਵਿੱਚ ਬਹੁਤ ਲੋਕਾਂ ਦੀਆਂ ਨੌਕਰੀਆਂ ਚਲੀ ਗਈਆਂ ਸੀਗੀਆਂ। ਉਸ ਤੋਂ ਬਾਅਦ ਕੀ ਹੋਇਆ ਕਿ ਸਰਕਾਰ, ਇੱਕ ਸਬਜ਼ੀ ਮੰਡੀ ਹੀ ਇਹੋ ਜਿਹੀ ਜਗ੍ਹਾ ਸੀ ਜਿੱਥੇ ਕੋਈ ਰੋਜ਼ਗਾਰ ਸੀ, ਬਾਕੀ ਸ਼ੌਪ ਸਾਰੀਆਂ ਬੰਦ ਸੀ। ਤਾਂ ਲੇਡੀਜ਼ ਵੀ ਬਹੁਤ ਆਈਆਂ ਹੈਗੀਆਂ, ਸਬਜ਼ੀ ਪਰਚੇਜ਼ ਕਰਦੀਆਂ ਸੀ, ਆਪਣੇ ਘਰ ਦੇ ਬਾਹਰ ਲਾ ਕੇ ਵੇਚ ਲਿਆ ਉਹਨਾਂ ਨੇ, ਕਿਉਂਕਿ ਘਰ ਤਾਂ ਚਲਾਉਣਾ ਸੀ ਹਰ ਇੱਕ ਬੰਦੇ ਨੇ। ਅਤੇ ਬਹੁਤ ਮੁਸ਼ਕਿਲਾਂ ਆਈਆਂ ਲੋਕਾਂ ਨੂੰ ਕੋਵਿਡ ਦੇ ਵਿੱਚ, ਲੇਕਿਨ ਲੋਕਾਂ ਨੇ ਸਬਜ਼ੀ ਵੱਲ ਵੀ ਕਾਫੀ, ਬਹੁਤ ਲੇਡੀਜ਼ ਆਈਆਂ, ਬਹੁਤ ਕੁੜੀਆਂ ਆਈਆਂ, ਜਦ ਕਿ ਸਾਡੀ ਮੰਡੀ ਦੇ ਵਿੱਚ ਅੱਛਾ ਨਹੀਂ ਸਮਝਦਾ ਕੋਈ ਵੀ ਕੋਈ ਲੇਡੀ ਕੰਮ ਕਰੇ ਆ ਕੇ, ਲੇਕਿਨ ਬੇਰੁਜ਼ਗਾਰੀ ਇੰਨੀ ਹੋ ਗਈ ਸੀ ਕੋਵਿਡ ਦੇ ਵਿੱਚ ਕਿ ਲੋਕਾਂ ਨੂੰ ਕਰਨਾ ਪਿਆ। ਆਪਾਂ ਫਿਰ 39 ਦੀ ਮੰਡੀ ਤੇ ਆਉਂਦੇ ਆ ਕਿ ਜਿਹੜਾ ਇਹ 26 ਤੋਂ ਸੈਕਟਰ ਤੋਂ ਇਸ ਮੰਡੀ ਨੂੰ 39 ਵਿੱਚ ਸ਼ਿਫਟ ਕਰਨ ਦੀ ਤਜਵੀਜ਼ ਸੀ, ਕੀ ਉਹ ਤੁਹਾਨੂੰ ਆਸ ਹੈ ਕਿ ਉੱਥੇ ਤੁਹਾਨੂੰ ਹੀ ਜ਼ਮੀਨ ਮਿਲੇਗੀ, ਜਾਂ ਅੱਗੇ ਸਰਕਾਰ ਦੀ ਹੁਣ ਨਵੀਂ ਯੋਜਨਾ ਵੀ ਹੋ ਸਕਦੀ ਹੈ ਕੋਈ ਨਵੇਂ ਕਾਨੂੰਨਾਂ ਦੇ ਮੁਤਾਬਕ? ਫਿਲਹਾਲ ਤਾਂ ਸਰਕਾਰ ਇਹੀ ਕਹਿ ਰਹੀ ਵੀ ਅਸੀਂ ਤੁਹਾਨੂੰ ਸ਼ਿਫਟ ਕਰਾਂਗੇ, ਪਰ ਅਗਰ 2-4 ਸਾਲ 'ਚ ਸਾਡਾ ਕੰਮ ਹੀ ਖਤਮ ਹੋ ਗਿਆ ਫਿਰ ਸਾਨੂੰ ਉੱਥੇ ਜਗ੍ਹਾ ਦੇ ਕੇ ਵੀ ਕੀ ਕਰਨਗੇ ਉਹ? ਅਸੀਂ ਕਿ ਜਗ੍ਹਾ ਤਾਂ ਸਾਨੂੰ ਤਾਂ ਹੀ ਮਿਲੇਗੀ ਨਾ ਅਸੀਂ ਕੰਮ ਕਰਾਂਗੇ, ਕਿਉਂਕਿ ਅਸੀਂ ਜਿਹੜੀ 2% ਫੀਸ ਜਮ੍ਹਾਂ ਕਰਾਉਂਦੇ ਹਾਂ ਉਹ ਸਰਕਾਰ ਨੂੰ ਅਰਨਿੰਗ ਹੈਗੀ ਉਹਨਾਂ ਦੀ, ਉਹ ਬੰਦ ਹੀ ਹੋ ਜਾਏਗਾ, ਕੰਮ ਹੀ ਬੰਦ ਹੋ ਜਾਏਗਾ। ਫਿਰ ਸਰਕਾਰ ਸਾਨੂੰ ਜਗ੍ਹਾ ਕਿਉਂ ਦੇਗੀ? ਉਹ ਕਿਸੇ ਨੂੰ ਵੀ ਵੇਚ ਦੇਗੀ। 72-74 ਏਕੜ ਜਗ੍ਹਾ ਹੈਗੀ ਹੈ, ਜਿਹਨੂੰ ਮਰਜ਼ੀ ਦੇ ਦੇ। ਤੁਹਾਨੂੰ ਲੱਗਦਾ ਹੈ ਅਡਾਨੀਆਂ ਬਾਨੀਆਂ ਨੂੰ ਇਹ ਦੇਗੀ? ਕਿਆ ਪਤਾ, ਦੇ ਸਕਦੀ ਹੈ ਸਰਕਾਰ, ਜਦੋਂ ਐਡਾ ਵੱਡਾ ਇੱਕ ਸਿਸਟਮ ਹੀ ਉਹਨਾਂ ਨੂੰ ਸੰਭਾਲ ਰਹੀ ਹੈ। ਤੇ 72-74 ਏਕੜ ਜਗ੍ਹਾ ਤੇ ਕੀ ਛੋਟੀ ਜਿਹੀ ਗੱਲ ਹੋ? ਤਾਂ ਤੁਸੀਂ ਮਾੜਾ ਮੋਟਾ ਦੱਸ ਸਕਦੇ ਹੋ ਕਿ 2% ਜਿਹੜੀ ਫੀਸ ਜਮ੍ਹਾਂ ਕਰਵਾਉਂਦੇ ਹੋ ਤੁਸੀਂ, ਕੁੱਲ ਕਿੰਨੇ ਕੁ ਆੜ੍ਹਤੀਆਂ ਨੇ ਸਰਕਾਰ ਨੂੰ ਇਸ ਮੰਡੀ ਤੋਂ ਮੋਟੇ ਜਿਹੇ ਤੌਰ ਤੇ ਕਿੰਨੀ ਕੁ ਆਮਦਨ ਹੈ? 8-9 ਕਰੋੜ ਰੁਪਏ ਦੀ ਫੀਸ ਜਾਂਦੀ ਹੈ ਸਾਡੀ ਹਰ ਸਾਲ ਦੀ। ਹਾਂਜੀ। ਸੋ ਜਦੋਂ ਵੱਡੇ ਪਲੇਅਰ ਆ ਗਏ ਤਾਂ ਇਹ ਫੀਸ ਵੀ ਨਹੀਂ ਜਾਣੀ, ਕਿਉਂਕਿ ਉਹ ਬੰਦ ਹੋ ਜਾਏਗੀ। ਫਿਰ ਮਾਰਕੀਟ ਕਮੇਟੀ ਦਾ ਕੋਈ ਵਜੂਦ ਨਹੀਂ ਰਹੇਗਾ। ਉਹ ਅਫਸਰ ਵਿਹਲੇ ਹੋ ਜਾਣਗੇ, ਉਹਨਾਂ ਨੂੰ ਕਿਤੇ ਜਦ ਤੱਕ ਉਹ ਰਿਟਾਇਰ ਨਹੀਂ ਹੋਣਗੇ ਉਹ ਤਦ ਤੱਕ ਤਨਖਾਹਾਂ ਲੈਣਗੇ, ਉਸ ਤੋਂ ਬਾਅਦ ਰਿਟਾਇਰ ਹੋ ਜਾਣਗੇ, ਮਾਰਕੀਟ ਕਮੇਟੀ ਬੰਦ ਕਰ ਦੇਣਗੇ। ਸੋ ਮਾਰਕੀਟ ਕਮੇਟੀ ਬੰਦ ਹੋ ਜਾਏਗੀ, ਜਿੰਨੇ ਵੀ ਸਰਕਾਰੀ ਅਧਿਕਾਰੀ ਨੇ ਉਹਨੇ ਕੁ ਰਹਿਣਗੇ, ਅੱਗੇ ਭਰਤੀ ਨਹੀਂ ਹੋਏਗੀ। ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਕਾਨੂੰਨਾਂ ਦੀ ਮਾਰ ਕਿੱਥੇ ਤੱਕ ਪੈਣੀ ਹੈ। ਤੇ ਇਹਨਾਂ ਦਾ ਜੈਨ ਜੀ ਦਾ ਕਹਿਣਾ ਹੈ ਕਿ ਇਹ ਖੁਦ ਵੀ ਬੇਰੁਜ਼ਗਾਰ ਹੋ ਜਾਣਗੇ। ਸੋ ਬੇਰੁਜ਼ਗਾਰੀ ਕਿੰਨੇ ਵੱਡੇ ਪੱਧਰ ਤੇ
ਵਧੇਗੀ। ਇਹ ਅਸੀਂ ਇੱਥੇ ਗਰਾਊਂਡ ਜ਼ੀਰੋ ਯਾਨੀ ਮੰਡੀ ਵਿੱਚ ਖੜ ਕੇ ਖੁਦ ਆੜਤੀਆਂ ਨਾਲ ਗੱਲ ਕਰਕੇ ਤੁਹਾਡੇ ਸਾਹਮਣੇ ਗੱਲ ਕਰਵਾਈ ਹੈ ਤੇ ਇਹਨਾਂ ਗੱਲਾਂ ਦਾ ਇਹੋ ਹੀ ਸਿੱਟਾ ਨਿਕਲ ਰਿਹਾ ਹੈ। ਜੈਨ ਸਾਹਿਬ ਬਹੁਤ ਸ਼ੁਕਰੀਆ ਜੀ। ਥੈਂਕ ਯੂ। ਨਿਊ ਪਟਿਆਲਾ ਫਰੂਟ ਏਜੰਸੀ ਦੇ ਨਾਂ ਤੇ ਆਪਣੀ ਇੱਥੇ ਆੜਤ ਚਲਾਉਂਦੇ ਅਮਨਦੀਪ ਅਰੋੜਾ ਨਾਲ ਆਪਾਂ ਗੱਲ ਕਰਦੇ ਹਾਂ। ਅਮਨਦੀਪ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਨਵੇਂ ਖੇਤੀ ਕਾਨੂੰਨ ਆਏ ਨੇ, ਕਿਸਾਨ ਦਿੱਲੀ ਦੇ ਬਾਹਰ ਬੈਠੇ ਨੇ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਾਰਾ ਕੁਝ ਕੀ ਹੋ ਰਿਹਾ ਹੈ? ਇਹ ਬਿਲਕੁਲ ਖਰਾਬ ਕੰਮ ਹੋ ਰਿਹਾ ਜੀ, ਜੋ ਹੋ ਰਿਹਾ ਹੈ ਇਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੈ। ਕਿਸਾਨ ਨੂੰ ਤਾਂ ਹੈ ਹੀ ਹੈ ਜੀ, ਇੱਕ ਤਾਂ ਉਹਨਾਂ ਦਾ ਸੌਦਾ ਮੰਦਾ ਵਿਕ ਰਿਹਾ ਜੀ। ਦੇਖੋ ਜਿਹੜੀ ਵੀ ਚੀਜ਼ ਹੁਣ ਮੰਨ ਲਓ 10-12 ਰੁਪਏ ਪਹੁੰਚ ਪੈਂਦੀ ਹੈ ਮੰਡੀ 'ਚ, ਉਹ ਅਸੀਂ 5-4 ਰੁਪਏ ਵੇਚ ਰਹੇ ਹਾਂ ਜੀ। ਇਹਦੇ ਨਾਲ ਨੁਕਸਾਨ ਉਹਨਾਂ ਨੂੰ ਵੀ ਹੈ ਤੇ ਸਾਨੂੰ ਵੀ ਹੈ, ਦੋਨਾਂ ਨੂੰ ਹੀ ਹੈ। ਇਹ ਕਾਨੂੰਨ ਮੈਂ ਕਹਿੰਦਾ ਜਲਦ ਤੋਂ ਜਲਦ ਵਾਪਸ ਲਿੱਤੇ ਜਾਣ ਤੇ ਕਿਸਾਨਾਂ ਨੂੰ ਆਪਣੇ ਘਰ ਵਾਪਸ ਭੇਜਿਆ ਜਾਵੇ ਤੇ ਜਿੰਨਾ ਵੀ ਉਹਨਾਂ ਦਾ ਕੰਮ ਹੋਵੇ ਉਹਨਾਂ ਦੇ ਹੱਕ 'ਚ ਹੀ ਹੋਵੇ, ਕਿਉਂਕਿ ਕਿਸਾਨ ਬਿਨਾਂ ਗਤੀ ਨਹੀਂ ਹੈ ਜੀ। ਦੇਖੋ ਅਸੀਂ ਬਰਗਰ ਪੀਜ਼ਾ ਤੇ ਜ਼ਿੰਦਗੀ ਨਹੀਂ ਗੁਜ਼ਾਰ ਸਕਦੇ। ਜਦੋਂ ਤੱਕ ਸਾਨੂੰ ਕਿਸਾਨ ਦੀ ਸਬਜ਼ੀ ਨਹੀਂ ਆਏਗੀ, ਸਾਡੇ ਘਰ ਤੱਕ ਨਹੀਂ ਪਹੁੰਚੇਗੀ, ਤਾਂ ਸਾਡਾ ਗੁਜ਼ਾਰਾ ਨਹੀਂ ਹੋਏਗਾ। ਤੇ ਅਸੀਂ ਵੀ ਅਨਾਜ ਖਾ ਕੇ ਹੀ ਪਲੇ ਹਾਂ, ਬਰਗਰ ਪੀਜ਼ਾ ਤੇ ਨਹੀਂ ਪਲੇ। ਤੇ ਇਸ ਕਰਕੇ ਮੇਰੀ ਗੁਜ਼ਾਰਿਸ਼ ਹੈ ਸਰਕਾਰ ਨੂੰ ਤੇ ਸਾਰਿਆਂ ਨੂੰ ਕਿ ਕਿਸਾਨਾਂ ਦੇ ਜਿਹੜੇ ਰੂਲ ਹੈ ਉਹਨਾਂ ਨੂੰ ਵਾਪਸ ਲਿੱਤਾ ਜਾਵੇ ਤੇ ਜੋ ਤੁਸੀਂ ਕਰਨਾ ਉਹਨਾਂ ਦੇ ਹੱਕ 'ਚ ਕਰੋ। ਉਹ ਵਿਚਾਰੇ ਠੰਡ 'ਚ ਮਰਦੇ ਪਏ ਨੇ, ਉਹਨਾਂ ਦੇ ਬੱਚੇ, ਉਹਨਾਂ ਦੇ ਪਰਿਵਾਰ, ਇਹ ਚੀਜ਼ ਸੋਚੋ। ਆਪੇ ਬੈਠੇ ਆ ਰਜਾਈਆਂ 'ਚ, ਠੀਕ ਹੈ ਨਾ ਜੀ। ਇਹ ਚੀਜ਼ ਬਹੁਤ ਜ਼ਰੂਰੀ ਹੈ ਤੇ ਮੈਂ ਇਹ ਗੱਲ ਕਹਿਣਾ ਚਾਹਾਂਗਾ, ਜਿੰਨੇ ਕਿਸਾਨ ਭਰਾ ਹੈ ਅਸੀਂ ਤੁਹਾਡੇ ਨਾਲ ਹਾਂ, ਅਸੀਂ ਤੁਹਾਡੇ ਨਾਲ ਹੀ ਹਾਂ ਜੀ। ਕਿਉਂਕਿ ਅਸੀਂ ਨਾਲ ਇਸ ਕਰਕੇ ਹਾਂ, ਜੇ ਤੁਸੀਂ ਆਓਗੇ ਤਾਂ ਅਸੀਂ ਹਾਂ, ਨਹੀਂ ਅਸੀਂ ਵੀ ਕੁਛ ਨਹੀਂ ਹਾਂ। ਜਿਹੜੀ ਸਾਡੀ ਆੜਤ ਚੱਲਦੀ ਹੈ ਇਹਨਾਂ ਕਰਕੇ ਹੀ ਚੱਲਦੀਆਂ ਨੇ। ਤੇ ਜਿਹੜਾ ਇਹ ਕਹਿੰਦੇ ਨੇ ਕਿ ਅਸੀਂ ਤੁਹਾਡੇ ਤੋਂ ਮਾਲ ਉੱਥੇ ਲਵਾਂਗੇ, ਮੈਨੂੰ ਇਹ ਦੱਸੋ, ਜਦੋਂ ਇਹ ਨਹੀਂ ਸੀਗੇ ਇਹ ਆੜਤੀਆਂ ਕੋਲ ਹੀ ਆਉਂਦੇ ਸੀ ਕਿਸਾਨ, ਜੇ ਉਹਨਾਂ ਨੂੰ ਕੋਈ ਜ਼ਰੂਰਤ ਪੈਂਦੀ ਸੀਗੀ ਕਿਸੇ ਵੀ ਚੀਜ਼ ਦੀ, ਕੁਛ ਲੈਣਾ ਹੈ, ਬੈਂਕ ਨਹੀਂ ਸੀਗੇ, ਇਹ ਬੈਂਕਾਂ ਚਲ ਜਾਓ ਤੁਸੀਂ, ਸਭ ਤੋਂ ਪਹਿਲੇ ਤਾਂ ਸਾਈਨ ਕਰੋ ਜੀ, 100 ਫਾਰਮੈਲਿਟੀਆਂ, ਉਸ ਤੋਂ ਬਾਅਦ ਪੈਸੇ ਮਿਲਣਗੇ। ਅੱਜ ਇਹ ਨਵਾਂ ਰੂਲ ਲਿਆ ਨੇ, ਕ੍ਰੈਡਿਟ ਕਾਰਡ ਚੱਲ ਪਏ ਨੇ। ਦੱਸੋ ਜੀ ਕਿਹੜੇ ਕ੍ਰੈਡਿਟ ਕਾਰਡ ਚੱਲੇ ਸੀ ਪਹਿਲੇ? ਜਦੋਂ ਕਿਸੇ ਨੂੰ ਜ਼ਰੂਰਤ ਹੁੰਦੀ ਸੀਗੀ ਆੜਤੀ ਕੰਮ ਹੁੰਦਾ ਸੀਗਾ, ਕੋਈ ਭੈਣ ਦਾ ਵਿਆਹ ਹੈ, ਕੋਈ ਦੁੱਖ ਹੈ, ਕੋਈ ਸੁੱਖ ਹੈ, ਹਾਂਜੀ ਇੰਨੇ ਪੈਸੇ ਚਾਹੀਦੇ ਜੀ, ਲੋ ਜੀ ਲੈ ਜਾਓ। ਕਿਉਂਕਿ ਸਾਡਾ ਵੀ ਦੁੱਖ ਸੁੱਖ ਉਹਨਾਂ ਨਾਲ ਹੀ ਹੈ। ਤੁਹਾਨੂੰ ਕੀ ਲੱਗਦਾ ਜੇ ਕਾਨੂੰਨ ਇਹ ਲਾਗੂ ਹੁੰਦੇ ਨੇ ਤਾਂ ਕੀ ਨੁਕਸਾਨ ਹੋਏਗਾ? ਬਹੁਤ ਭਾਰੀ ਨੁਕਸਾਨ ਹੋਏਗਾ ਜੀ ਸਾਰਿਆਂ ਦਾ। ਦੇਖੋ ਇੱਥੇ ਮੰਡੀ ਘੱਟੋ ਘੱਟ ਕੋਈ 10-20 ਹਜ਼ਾਰ ਬੰਦਾ ਕੰਮ ਕਰਦਾ ਹੈ, ਉਹ ਛੋਟਾ ਵੀ ਹੈ ਉਹ ਵੱਡਾ ਵੀ ਹੈ। ਦੇਖੋ ਇਹ ਗੱਡੀ ਆਉਂਦੀ ਹੈ, ਪੱਲੇਦਾਰ ਤਾਰਦੇ ਆ, ਉਹਨਾਂ ਦੇ ਘਰ ਕੋਈ ਰੋਟੀ ਚੱਲਦੀ ਹੈ ਸਾਡੇ ਕਰਕੇ, ਠੀਕ ਹੈ ਜੀ। ਅਸੀਂ ਮਾਲ ਵੇਚਦੇ ਹਾਂ, ਕਿਸਾਨ ਲੈ ਕੇ ਆਉਂਦੇ ਆ, ਸਾਡੀ ਰੋਟੀ ਚੱਲਦੀ ਹੈ। ਫਿਰ ਕਿਸਾਨ ਦਾ 1-2-5 ਰੁਪਏ ਉੱਪਰ ਅਸੀਂ ਵੇਚਦੇ ਹਾਂ ਖਿੱਚ ਕੇ। ਉਹਨਾਂ ਨੇ ਆਪਣੀ ਮਰਜ਼ੀ ਨਾਲ ਲੈਣਾ ਜੀ, ਜੋ ਲੈਣਾ ਉਹਨਾਂ ਦੀ ਮਰਜ਼ੀ ਚੱਲਣੀ ਹੈ, ਕਿਉਂਕਿ ਸਰਕਾਰ ਵੀ ਉਹਨਾਂ ਦੀ, ਬੰਦੇ ਵੀ ਉਹਨਾਂ ਦੇ। ਇਹ ਉਹਨਾਂ ਤੋਂ ਮਤਲਬ ਤੁਹਾਡਾ ਅਡਾਨੀ ਅੰਬਾਨੀਆਂ ਤੋਂ? ਹਾਂਜੀ ਬਿਲਕੁਲ। ਤੁਸੀਂ ਚੈੱਕ ਦੇਖੋ ਜੀ, ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕਿੰਨਾ ਵਾਇਰਲ ਹੋ ਰਿਹਾ। ਉਹਨਾਂ ਨੇ ਹਰ ਚੀਜ਼ ਆਪਣੀ ਕਰਾ ਲਈ ਹੈ, ਟ੍ਰੇਨਾਂ ਦੇ ਪੋਸਟਰ ਉਹਨਾਂ ਦੇ ਲੱਗੇ ਆ, ਗੋਡਾਊਨ ਉਹਨਾਂ ਨੇ ਆਪਣੇ ਬਣਾ ਲਏ ਆ। ਹੋਰ ਕੀ ਕਰਨਗੇ ਦੱਸੋ? ਪਹਿਲੀ ਦੇਸ਼ ਇੰਨਾ ਬਰਬਾਦ ਹੋ ਰਿਹਾ, ਹੋਰ ਕਰ ਦੇਣਾ ਇਹਨਾਂ ਨੇ। ਇਹ ਚਾਹੁੰਦੇ ਆ ਕਿ ਬਰਬਾਦ ਹੋ ਜਾਣ ਬਸ। ਸਾਰਾ ਕੁਛ ਤਾਂ ਵੇਚਦਾ ਮੋਦੀ ਨੇ। ਤੁਸੀਂ ਇਹ ਚੀਜ਼ ਦੇਖੋ, ਸਾਰਾ ਕੁਛ ਤਾਂ ਵੇਚਤਾ। ਕਿੱਥੇ ਪਹਿਲੇ ਹਰ ਚੀਜ਼ ਦਾ ਸੁੱਖ ਸੀਗਾ, ਹੁਣ ਦੇਖੋ ਹਰ ਚੀਜ਼ ਦਾ ਦੁੱਖ ਹੈ। ਚਲੋ ਕੋਈ ਗੱਲ ਨਹੀਂ, ਸਰਕਾਰ ਹੁੰਦੀ ਹੈ, ਸਰਕਾਰ ਬਣਾਈ ਕਿੰਨੇ ਅਸੀਂ ਲੋਕਾਂ ਨੇ ਬਣਾਈ ਹੈ, ਇਹ ਨਹੀਂ ਬਣਾਈ ਕਿ ਲੋਕਾਂ ਨੂੰ ਬਰਬਾਦ ਕਰ ਦਿਓ ਤੁਸੀਂ। ਹੁਣ ਕਿਸਾਨ ਦੇਖ ਲਓ ਵਿਚਾਰਾ, ਜਿਹੜਾ ਅੰਨਦਾਤਾ ਹੈ ਉਹ ਕਿਵੇਂ ਮਰ ਰਿਹਾ ਵਿਚਾਰਾ। ਤੁਸੀਂ ਦੇਖਿਆ ਹੀ ਆ ਦਿੱਲੀ ਕੀ ਹਾਲ ਚੱਲ ਰਿਹਾ। ਲੇਕਿਨ ਨਹੀਂ, ਇਹਨਾਂ ਨੂੰ ਕੋਈ ਫਰਕ ਨਹੀਂ ਹੈ, ਇਹਨਾਂ ਨੂੰ ਸਿਰਫ ਚਾਹੀਦਾ ਨੋਟ ਬਸ। ਇਹਨਾਂ ਨੂੰ ਨੋਟ ਦੇਈ ਜਾਓ ਤੇ ਇਹ ਖੁਸ਼ ਹੈ। ਇਹਨਾਂ ਨੂੰ ਕਿਸੇ ਕਿਸਾਨ ਤੋਂ ਕੁਝ ਨਹੀਂ ਲੈਣਾ, ਕਿਸੇ ਆੜਤੀ ਤੋਂ ਨਹੀਂ ਲੈਣਾ, ਕਿਸੇ ਪੱਲੇਦਾਰ ਤੋਂ ਨਹੀਂ ਲੈਣਾ। ਇਹ ਮੰਡੀਆਂ ਜਿਹੜੀ ਚੱਲਦੀ ਹੈ ਇਹਦੇ ਕਰਕੇ ਹਰ ਪਰਿਵਾਰ ਦੇ ਬੱਚੇ ਪੜ ਰਹੇ ਆ, ਕਿੰਨੇ ਪਰਿਵਾਰਾਂ ਦੇ ਬੱਚੇ। ਲੇਕਿਨ ਇਹ ਸੋਚਦੇ ਨਹੀਂ ਸਾਡਾ ਪਰਿਵਾਰ ਹੀ ਚੱਲੇ ਬਸ। ਤੁਹਾਡਾ ਮਤਲਬ ਹੈ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ? ਬਿਲਕੁਲ ਹੋਣੇ ਚਾਹੀਦੇ ਆ ਜੀ। ਅਸੀਂ ਕਿਸਾਨ ਨਾਲ ਆ ਜੀ, ਕਿਸਾਨ ਏਕਤਾ ਜਿੰਦਾਬਾਦ ਜੀ। ਹਾਂਜੀ। ਸੋ ਅਮਨ ਅਰੋੜਾ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਨਾਲ ਹਾਂ ਤੇ ਇੱਥੋਂ ਤੱਕ ਕਿ ਮੈਂ ਵੀ ਕਹਿਣਾ ਚਾਹੁੰਦੀ ਹਾਂ ਕਿ ਪੀਜ਼ਾ 버ਗਰ ਲਈ ਵੀ ਤੁਹਾਨੂੰ ਆਟਾ ਚਾਹੀਦਾ, ਕਣਕ ਚਾਹੀਦੀ ਆ, ਉਹਦੇ ਉੱਤੇ ਸਬਜ਼ੀਆਂ ਪਾਉਣ ਨੂੰ ਚਾਹੀਦੀਆਂ ਨੇ। ਡੇਅਰੀ ਪ੍ਰੋਡਕਟਸ ਤੋਂ ਚੀਜ਼ ਵਗੈਰਾ ਵੀ ਜੇ ਆਏਗਾ ਉਹ ਵੀ ਖੇਤਾਂ ਚੋਂ, ਸਾਰਾ ਕੁਝ ਖੇਤਾਂ ਚੋਂ ਹੀ ਆਉਣਾ ਹੈ। ਲੇਕਿਨ ਪੀਜ਼ਾ 버ਗਰ ਖਾ ਕੇ ਨਹੀਂ ਕੰਮ ਚੱਲਦੇ ਜੀ। ਜਿਹੜਾ ਅੰਨ ਹੈ ਉਹੀ ਜ਼ਰੂਰੀ ਹੈ ਤੇ ਉਹਦੇ ਨਾਲ ਹੀ ਅਸੀਂ ਵੱਡੇ ਹੋਏ ਹਾਂ ਤੇ ਤੰਦਰੁਸਤ ਹੋਏ ਹਾਂ ਜੀ। ਸੋ ਅਮਨ ਅਰੋੜਾ ਦਾ ਕਹਿਣਾ ਹੈ ਕਿ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਨੇ ਤੇ ਸਰਕਾਰ ਕਿਸਾਨਾਂ ਦੀ ਗੱਲ ਸੁਣੇ। ਇਹਨਾਂ ਦਾ ਤਾਂ ਇਹ ਵੀ ਇਹਨਾਂ ਨੇ ਦੁਹਰਾਇਆ ਕਿ ਜੈ ਜਵਾਨ ਜੈ ਕਿਸਾਨ। ਸ਼ੁਕਰੀਆ ਰਾਹੁਲ। ਧੰਨਵਾਦ ਜੀ, ਧੰਨਵਾਦ, ਬਹੁਤ ਬਹੁਤ ਸਾਰਾ ਧੰਨਵਾਦ। ਫਿਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੋਦੀ ਸਰਕਾਰ ਹੈ, ਬੀਜੇਪੀ ਹੈ, ਕੋਈ ਵੀ ਹੈ, ਸਾਨੂੰ ਕਿਸੇ ਸਰਕਾਰ ਤੋਂ ਕੋਈ ਮਤਲਬ ਨਹੀਂ ਹੈ, ਨਾ ਸਾਨੂੰ ਕਿਸ ਤੋਂ ਕੁਝ ਲੈਣਾ ਹੈ। ਲੇਕਿਨ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਕਿਸਾਨਾਂ ਦੇ ਰੂਲ ਜਿਹੜੇ ਕੀਤੇ ਨੇ, ਕਾਲਾ ਕਾਨੂੰਨ, ਇਹ ਵਾਪਸ ਲੈ ਲਓ ਤੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਵਧੀਆ ਤਰੀਕੇ ਨਾਲ ਮਹਿਮਾਨਾਂ ਦੀ ਤਰ੍ਹਾਂ ਵਾਪਸ ਭੇਜੋ। ਧੰਨਵਾਦ ਜੀ। ਫਲ ਅਤੇ ਸਬਜ਼ੀਆਂ ਦੇ ਆੜਤੀਆਂ ਵਿੱਚੋਂ ਹੀ ਅਸੀਂ ਇੱਕ ਹੋਰ ਨੌਜਵਾਨ ਆੜਤੀ ਨਾਲ ਰਾਹੁਲ ਖੰਨਾ ਨਾਲ ਗੱਲ ਕਰਦੇ ਹਾਂ। ਰਾਹੁਲ ਜੀ, ਜਿਸ ਤਰ੍ਹਾਂ ਕਿਸਾਨ
ਦਿੱਲੀ ਦੇ ਬਾਹਰ ਮੋਰਚੇ ਲਾ ਕੇ ਬੈਠੇ ਹਨ, ਉਹਨਾਂ ਦਾ ਕਹਿਣਾ ਕਿ 3 ਨਵੇਂ ਖੇਤੀ ਕਾਨੂੰਨ ਜਿਹੜੇ ਆਏ ਨੇ ਉਹ ਕਿਸਾਨਾਂ ਦੇ ਤੇ ਆਮ ਲੋਕਾਂ ਦੇ, ਆੜ੍ਹਤੀਆਂ ਦੇ, ਸਭ ਦੇ ਖਿਲਾਫ ਨੇ। ਤੁਸੀਂ ਉਹਨਾਂ ਬਾਰੇ ਕੀ ਸੋਚਦੇ ਹੋ? बिल्कुल वो ठीक खड़े हैं, अपने हक के लिए खड़े हैं। जी बाकी सरकार जो है वो उनको एक्सप्लॉइट और एक्सप्लॉइट होंगे। जो पुरानी कहावत है पुअर गेट मोर एक्सप्लॉइट, तो ये कहावत बिल्कुल अब मोदी राज में, इस गवर्नमेंट में सिद्ध हो रही है। ਤੇ जिम्मेदार और ज़्यादा ही गरीब होएगा, इनका एक्सप्लॉइटेशन बिग हाउसेस द्वारा और होएगा ही होएगा। ਨਹੀਂ, ਤੁਹਾਨੂੰ ਕਿਵੇਂ ਲੱਗਦਾ ਕਿ ਕਿਸ ਤਰ੍ਹਾਂ ਗਲਤ ਨੇ ਇਹ ਕਾਨੂੰਨ, ਕਿਹਨਾਂ ਨੂੰ ਫਾਇਦਾ ਪਹੁੰਚਾ ਰਹੀ ਹੈ ਸਰਕਾਰ? मैम बिग हाउसेस जो कॉर्पोरेट हाउसेस हैं, जिनके पास पहले ही ह्यूज अमाउंट ऑफ मनी है, वो उन्हीं को ही फायदा होएगा। तो आम जन को तो कोई फायदा नहीं होगा जिससे। आम जन तो बल्कि और सब्जी सौदा वगैरह महंगा ही होएगा जिनसे। ਕਿਸ ਤਰ੍ਹਾਂ ਮਹਿੰਗੀਆਂ ਹੋਣਗੀਆਂ ਚੀਜ਼ਾਂ? मैम अब जैसे कणक की MSP 1800 के कुछ रुपए के आसपास है जी, ठीक है। अगर वो बिग हाउसेस सारा ही लेकर स्टोर करते हैं तो वो अपने मनमर्जी रेट पे ही माल बेचेंगे ना। ये जो स्टोरेज है उनकी, वो अपनी कॉस्ट अपनी 3 गुना कर देंगे, डबल कर देंगे, 3 गुना कर देंगे। ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ਜਦੋਂ ਉਹਨਾਂ ਨੂੰ ਬਹੁਤ ਪੈਸੇ ਮਿਲਣਗੇ ਤਾਂ ਉਹ ਆਪਣੀ ਲੇਬਰ ਨੂੰ ਵੀ ਬਹੁਤ ਪੈਸੇ ਦੇਣਗੇ, ਜਾਂ ਕਿੰਨੇ ਕੁ ਲੋਕਾਂ ਨੂੰ ਉਹਨਾਂ ਕੋਲੇ ਰੁਜ਼ਗਾਰ ਮਿਲ ਸਕੇਗਾ? मैम रोजगार तो बिल्कुल ख़त्म ही हो जाएगा जी, जब क्योंकि बिग हाउसेस कभी भी ज़्यादा रोजगार प्रोवाइड नहीं करती जी। वो ज़्यादा मशीनी काम पे बिलीव करते हैं जी। ਤੁਹਾਡਾ ਮਤਲਬ ਹੈ ਵੀ ਵੱਡੇ ਵੱਡੇ ਫਾਰਮ ਹੋਣਗੇ ਤੇ ਮਸ਼ੀਨਾਂ ਨਾਲ ਸਾਰੀ ਖੇਤੀ ਹੋਏਗੀ ਤੇ ਉਹ ਮਰਜ਼ੀ ਦੇ ਭਾਅ ਲਾਉਣਗੇ? बिल्कुल जी बिल्कुल। कॉन्ट्रैक्ट फार्मिंग जो है वो बेसिकली उनको और एक्सप्लॉइट ही करेगी। जो हमारे जिम्मेदार है, किसान हैं, वो और एक्सप्लॉइट ही होंगे जी, उनको फ़ायदा कोई नहीं होगा। ਜੀ ਤੁਹਾਡਾ ਕਿੰਨਾ ਕੁ ਸਿੱਧਾ ਸੰਬੰਧ ਹੈ ਸਬਜ਼ੀਆਂ ਫਰੂਟ ਉਗਾਉਣ ਵਾਲਿਆਂ ਨਾਲ? सारा ही संबंध उन्होंने लिए जी, 100% संबंध उन्होंने लीजिए। वो हैं तो हम हैं। ਅੱਛਾ जय पहले था जय जवान जय किसान, अब नारा हो गया हम ही किसान हम ही जवान। ਜੀ। ਸੋ ਇਹਨਾਂ ਦਾ ਕਹਿਣਾ ਹਮ ਹੀ ਕਿਸਾਨ ਹਮ ਹੀ ਜਵਾਨ, ਤੇ ਸਰਹੱਦਾਂ ਤੇ ਇਹਨਾਂ ਦਾ ਮਤਲਬ ਹੈ ਕਿ ਸਾਡੇ ਧੀਆਂ ਸਾਡੇ ਪੁੱਤਰ ਲੜ ਰਹੇ ਨੇ, ਖੇਤਾਂ ਵਿੱਚ ਅਸੀਂ ਹਾਂ, ਖੇਤਾਂ ਵਾਲਿਆਂ ਨਾਲ ਸਾਡਾ ਸਿੱਧਾ ਸੰਬੰਧ ਹੈ। ਤਾਂ ਕੀ ਤੁਸੀਂ ਮੰਨਦੇ ਹੋ ਕਿ ਕਿਸਾਨ ਸਹੀ ਬੈਠੇ ਹਨ? ਉਹ ਸਹੀ? बिल्कुल 100%। नहीं तो इतनी देखो, इतनी जन आंदोलन इतना बड़ा हो गया आंदोलन, एक भी मीडिया हाउस उसको कवर नहीं कर रहा। और सारा ही इतना जन आंदोलन है, जो इतना आक्रोश है, कहीं ना कहीं तो इतने लोग सही हैं ना जी, कहीं ना कहीं तो गवर्नमेंट किसी तरफ तो गलत ही है ना जी। ਸੋ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਨੇ ਤੁਹਾਡੇ ਮੁਤਾਬਕ? 100% they are against the people of our country। ਸੋ ਇਹਨਾਂ ਦਾ ਕਹਿਣਾ ਹੈ ਕਿ ਜੋ ਨਵੇਂ ਖੇਤੀ ਕਾਨੂੰਨ ਹਨ ਜਿਨ੍ਹਾਂ ਦਾ ਵਿਰੋਧ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ, ਇਹ ਇਕੱਲੇ ਕਿਸਾਨਾਂ ਦੇ ਨਹੀਂ, ਪੂਰੇ ਮੁਲਕ ਦੇ ਖਿਲਾਫ ਹਨ। ਰਾਹੁਲ ਖੰਨਾ ਜੀ, ਤੁਹਾਡਾ ਬਹੁਤ ਸ਼ੁਕਰੀਆ। थैंक यू मैम, थैंक यू। ਅਰਿਹੰਤ ਵੈਜੀਟੇਬਲਸ ਆੜਤੀਆ ਐਸੋਸੀਏਸ਼ਨ ਦੇ ਹੀ ਜਨਰਲ ਸਕੱਤਰ ਕਸਤੂਰੀ ਲਾਲ ਸ਼ਰਮਾ ਨਾਲ ਆਪਾਂ ਗੱਲ ਕਰਦੇ ਹਾਂ। ਸ਼ਰਮਾ ਜੀ, ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਤੁਸੀਂ ਨਵੇਂ ਖੇਤੀ ਕਾਨੂੰਨਾਂ ਬਾਰੇ? ਨਵੇਂ ਖੇਤੀ ਕਾਨੂੰਨ ਦਾ ਇਹ ਹੈ ਜੀ, ਜ਼ਿਮੀਂਦਾਰ ਭਰਾ ਜਿਹੜੇ ਲੜਾਈ ਲੜ ਰਹੇ ਆ, ਐਕਚੁਅਲੀ ਲੜਾਈ ਉਹ ਆੜਤੀਆਂ ਦੀ ਹੈ, ਔਰ ਆੜਤੀਆਂ ਦੇ ਨਾਲ ਜਿਹੜੇ ਜੁੜੇ ਇਹ ਸਾਡੇ ਰੇੜੀ ਫੜੀ ਵਾਲੇ, ਲੇਬਰ ਵਾਲੇ, ਇਹ ਲੜਾਈ ਇਹਨਾਂ ਦੀ ਹੈ। ਜ਼ਿਮੀਂਦਾਰਾਂ ਦੀ ਤਾਂ ਇਹਦੇ 'ਚ ਲੜਾਈ ਇੰਨੀ ਜ਼ਿਆਦਾ ਨਹੀਂ ਹੈ, ਕਿ ਉਹ ਜ਼ਿਮੀਂਦਾਰ ਦੀ ਖੇਤੀ ਤਾਂ ਹੋਏਗੀ, ਉਹ ਪ੍ਰਾਈਵੇਟ ਵਾਲਾ ਲੈ ਜਾਏ ਜਾਂ ਮੰਡੀਆਂ ਜਾਣ ਜਾਂ ਕਿਤੇ ਜਾਣ। ਬਟ ਜਿਹੜੇ ਕਮਿਸ਼ਨ ਏਜੰਟ ਆਲ ਓਵਰ ਇੰਡੀਆ, ਇਹ ਖਤਮ ਹੋ ਜਾਣਗੇ। ਕਮਿਸ਼ਨ ਏਜੰਟ ਖਤਮ ਹੋ ਜਾਣਗੇ, ਉਹਨਾਂ ਨਾਲ ਲੱਗੇ ਜਿਹੜੇ ਛੋਟੇ ਲੇਬਰ ਤਬਕਾ, ਉਹ ਸਭ ਖਤਮ ਹੋ ਜਾਣਗੇ। ਫਿਰ ਉਹ ਆਮ ਲੋਕ, ਜਿਸ ਤਰ੍ਹਾਂ ਕਿਸਾਨ ਮੋਰਚਿਆਂ ਤੇ ਬੈਠੇ ਨੇ, ਦਿੱਲੀ ਦੇ ਬਾਹਰ ਮੋਰਚਾ ਲਾ ਕੇ ਬੈਠੇ ਨੇ, ਕਿੰਨੇ ਬਾਰਡਰਾਂ ਤੇ ਪੂਰੇ ਮੁਲਕ ਦੇ ਕਿਸਾਨ ਵੱਖ-ਵੱਖ ਸੂਬਿਆਂ 'ਚੋਂ ਆਏ ਹੋਏ ਨੇ, ਹਜ਼ਾਰਾਂ ਦੀ ਗਿਣਤੀ ਵਿੱਚ ਉਹ ਚੱਲਦੇ ਨੇ ਆਪਣੇ ਆਪਣੇ ਸੂਬਿਆਂ ਤੋਂ, ਤੇ ਆੜਤੀਏ ਕਿਉਂ ਨਹੀਂ ਉੱਥੇ ਜਾ ਕੇ ਬੈਠੇ ਧਰਨਿਆਂ ਤੇ? ਦੇਖੋ, ਆੜਤੀਆਂ ਕੁਛ ਕਈਆਂ ਨੂੰ ਸਮਝ ਵੀ ਨਹੀਂ ਆ ਰਿਹਾ ਇਹ ਬਿੱਲ ਹਾਲੇ ਪੂਰੀ ਤਰ੍ਹਾਂ, ਬਟ ਮੈਨੂੰ ਜਿੱਥੇ ਤੱਕ ਮੇਰੀ ਨੌਲੇਜ ਹੈ, ਇਹ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਇਹ ਸਾਡੀ ਬਰਾਦਰੀ ਨਹੀਂ ਹੋਏਗਾ। ਔਰ ਸਾਨੂੰ ਸਰਕਾਰ ਨੇ ਨੈਸ਼ਨਲ ਲੈਵਲ ਦੇ ਚੋਰ ਘੋਸ਼ਿਤ ਕਰਤਾ ਕਿ ਵਿਚੋਲੀਏ ਹੈ। ਅੱਜ ਇੱਕ ਚੀਜ਼ ਇੱਥੇ 5 ਰੁਪਏ ਕਿਲੋ ਵਿਕ ਰਹੀ ਹੈ, ਤੁਸੀਂ ਬਾਹਰ ਲੈਣ ਜਾਓਗੇ ਉਹ 20 ਰੁਪਏ ਕਿਲੋ ਵਿਕੇਗੀ। ਜ਼ਿਮੀਂਦਾਰ ਤਾਂ ਇਹ ਸੋਚੇਗਾ 15 ਰੁਪਏ ਕਿਲੋ ਆੜਤੀ ਖਾ ਗਿਆ, ਬਟ ਇਹਦੇ 'ਚ ਆੜਤੀ ਦਾ ਕੋਈ ਲੈਣਾ ਦੇਣਾ ਨਹੀਂ ਹੈ, ਕਿ ਉਹ ਰਿਟੇਲਰ ਵੇਚ ਰਿਹਾ। ਇਹ ਆਉਣ ਵਾਲਾ ਟਾਈਮ ਆਮ ਜਨਤਾ ਦਾ ਨੁਕਸਾਨ ਵੀ ਹੋਏਗਾ। ਅਗਰ ਉਹ ਫਰੋਜ਼ਨ ਕਰਨਗੇ ਪੈਕਟ, ਜਿਹੜਾ ਇੱਥੇ 5 ਰੁਪਏ ਕਿਲੋ 10 ਰੁਪਏ ਕਿਲੋ ਸਬਜ਼ੀ ਹੈ, ਉਹ 80 ਰੁਪਏ ਦਾ ਮਿਲੇਗਾ ਆਮ ਜਨਤਾ ਨੂੰ। ਇਹ ਆਮ ਜਨਤਾ ਦੀ ਲੜਾਈ ਵੀ ਹੈ, ਸਿਰਫ ਜ਼ਿਮੀਂਦਾਰ ਦੀ ਲੜਾਈ ਨਹੀਂ ਹੈ। ਹਾਲਾਂਕਿ ਜ਼ਿਮੀਂਦਾਰ ਦਾ ਇਹਦੇ 'ਚ ਘੱਟ ਨੁਕਸਾਨ ਹੈ, ਜ਼ਿਆਦਾ ਹੈ ਇਹ ਆਮ ਜਨਤਾ ਦਾ। ਔਰ ਕਮਿਸ਼ਨ ਏਜੰਟ, ਬੇਰੁਜ਼ਗਾਰੀ ਵਧੇਗੀ। ਅੱਜ ਕਿਸੇ ਕੋਲ ਕੋਈ ਇੱਥੇ ਡਿਗਰੀ ਦੀ ਜ਼ਰੂਰਤ ਨਹੀਂ ਹੈ, ਕੋਈ ਕਾਸਟ ਨਹੀਂ ਇੱਥੇ ਮੈਟਰ ਕਰਦੀ। ਅਗਰ ਕਿਸੇ ਕੋਲ ਕੋਈ ਕੰਮ ਨਹੀਂ ਹੈ, ਬੰਦਾ ਆ ਕੇ 1-2 ਨਗ ਲੈ ਕੇ ਆਪਣਾ ਰੋਜੀ ਰੋਟੀ ਚਲਾ ਸਕਦਾ। ਇਹਦੇ 'ਚ ਕੋਈ ਡਿਗਰੀ ਨਹੀਂ ਚਾਹੀਦੀ, ਕੋਈ ਕਾਸਟ ਨਹੀਂ ਮੈਟਰ ਕਰਦੀ। ਔਰ ਇਤਨੀ ਜ਼ਿਆਦਾ ਅਨਐਮਪਲੋਇਮੈਂਟ ਹੋ ਜਾਏਗੀ ਕਿ ਚੋਰੀਆਂ ਡਕੈਤੀਆਂ ਵਧਣਾ ਸ਼ੁਰੂ ਹੋ ਜਾਣਗੀਆਂ। ਸੋ ਫਰਕ ਇੰਨਾ ਗੈਪ ਪੈ ਜਾਏਗਾ ਹੈਵਸ ਤੇ ਹੈਵ ਨੋਟਸ ਵਿੱਚ।
ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਲੋਕ ਮਤਲਬ ਵੱਡੇ ਕਾਰਪੋਰੇਟ ਪਲੇਅਰਸ ਜਿਹੜੇ ਆਉਣਗੇ ਕਾਨੂੰਨ ਲਾਗੂ ਹੋਣ ਤੇ ਉਹ ਵੀ ਤਾਂ ਲੋਕਾਂ ਨੂੰ ਇਹ ਵੇਚਣਗੇ ਚੀਜ਼ਾਂ, ਉਹਨਾਂ ਨੇ ਵੀ ਲੋਕਾਂ ਤੋਂ ਕੰਮ ਕਰਾਉਣਾ, ਬੇਰੁਜ਼ਗਾਰੀ ਕਿਸ ਤਰ੍ਹਾਂ ਹੋ ਜਾਏਗੀ? ਦੇਖੋ ਨਹੀਂ, ਉਹਨਾਂ ਕੋਲ ਮਸ਼ੀਨਰੀ ਹੋਏਗੀ, ਨਹੀਂ ਇੰਨਾ ਜ਼ਿਆਦਾ ਲੇਬਰ ਤਬਕਾ ਨਹੀਂ ਕੰਮ ਕਰੇਗਾ। ਉਹ ਅੱਜ ਅਗਰ 2-4 ਰੁਪਏ ਕਿਲੋ ਜੋ ਚੀਜ਼ ਲੈ ਕੇ ਸਟੋਰ ਕਰ ਲੈਣਗੇ, ਉਹਨਾਂ ਕੋਲ ਸਟੋਰ ਹੈ, ਸਭ ਕੁਝ ਹੈ। ਅਸੀਂ ਤੇ ਅੱਜ ਅਗਰ ਇਹ ਚੀਜ਼ ਆਏਗੀ ਹੈ, ਇਹ ਪੈਨਸ਼ੇਬਲ ਆਈਟਮ ਹੈ, ਅੱਜ ਹੀ ਸੇਲ ਕਰਨੀ ਹੈ, ਕੱਲ ਤੱਕ ਸੜ ਜਾਏਗੀ। ਉਹਨਾਂ ਕੋਲ ਉਹ ਚੀਜ਼ ਹੈਗੀ ਹੈ, ਅੱਜ ਸਟੋਰ ਕਰ ਲੈਣਗੇ, ਜਦ ਹਾਈ ਰੇਟ ਹੋਏਗਾ ਉਸ ਟਾਈਮ ਬਾਹਰ ਕੱਢ ਲੈਣਗੇ, ਕੋਈ ਦਿੱਕਤ। ਸੋ ਆਮ ਲੋਕਾਂ ਨੂੰ ਚੀਜ਼ਾਂ ਬਹੁਤ ਮਹਿੰਗੀਆਂ ਮਿਲਣਗੀਆਂ। ਤੁਹਾਡਾ ਨਾਂ ਕੀ ਹੈ ਜੀ? ਰਾਕੇਸ਼ ਕੁਮਾਰ ਜੀ। ਤੁਸੀਂ ਆੜਤੀਏ ਹੋ? ਹਾਂਜੀ, ਆੜਤੀ ਹੈ ਜੀ ਅਸੀਂ। ਤੁਹਾਡਾ ਕੀ ਕਹਿਣਾ ਇਹਨਾਂ ਕਾਨੂੰਨਾਂ ਬਾਰੇ? ਕਾਨੂੰਨ ਬਹੁਤ ਗਲਤ ਹੈ ਜੀ, ਸਾਡੇ ਆੜਤੀਆਂ ਦੇ ਖਿਲਾਫ ਹੈਗੇ ਨੇ ਕਾਨੂੰਨ। ਇਹ ਆੜਤੀ ਖਤਮ ਹੋ ਜਾਣਗੇ, ਸਭ ਕੁਝ ਖਤਮ ਹੋ ਜਾਏਗਾ, ਮੰਡੀਆਂ ਬੰਦ ਹੋ ਜਾਣਗੀਆਂ ਸਾਰੀਆਂ। ਇਹ ਕਾਨੂੰਨ ਦਾ ਰੱਦ ਹੋਣਾ ਹੀ ਚਾਹੀਦਾ ਹੈ। ਉਹ ਬਲਕਿ ਅਸੀਂ ਸੋਚ ਵੀ ਰਹੇ ਹਾਂ ਕਿ ਪਲਾਨ ਕਰ ਰਹੇ ਹਾਂ, ਅਸੀਂ ਵੀ ਨਾਲ ਉਹਨਾਂ ਨਾਲ ਜਾ ਕੇ ਬੈਠੀਏ। ਇੱਕ ਮੰਡੀ ਤੋਂ ਸ਼ੁਰੂ ਹੋਵਾਂਗੇ ਤੇ ਅਸੀਂ ਸਭ ਨੂੰ ਦਰਖਾਸਤ ਕਰਨਾ ਚਾਹੁੰਦੇ ਹਾਂ, ਪੂਰੀ ਹਿੰਦੁਸਤਾਨ ਦੇ ਆੜਤੀਆਂ ਨੂੰ, ਕਿ ਸਾਰੇ ਤੁਸੀਂ ਕਾਨੂੰਨ ਦੇ ਖਿਲਾਫ ਹੋ ਜਾਓ। ਜੇ ਤਾਂ ਇਹ ਕਾਨੂੰਨ ਅਗਰ ਆ ਗਿਆ ਤਾਂ ਵੱਡੇ ਵੱਡੇ ਕਾਰਪੋਰੇਟ ਤੁਹਾਨੂੰ ਖਾ ਜਾਣਗੇ। ਜਿਵੇਂ ਅੱਜ BSNL ਦਾ ਹਾਲ ਹੋਇਆ ਨਾ, ਸੇਮ ਹਾਲ ਸਾਡਾ ਹੋ ਜਾਏਗਾ। ਨਾ ਸਾਡੇ ਕੋਲ ਕਿਸਾਨ ਆਏਗਾ ਤੇ ਨਾ ਅਸੀਂ ਕਿਸੇ ਨੂੰ ਆਮ ਰੋਟੀ ਕਿਸੇ ਨੂੰ ਦੇ ਪਾਵਾਂਗੇ। ਨਾ ਗਰੀਬ ਜਨਤਾ ਕਿੰਨੀ ਹੈਗੀ ਹੈ, ਉਹ ਜਿਹੜੇ ਜੋਬ ਦੇਣਗੇ ਪੜ੍ਹਿਆ ਲਿਖਿਆ ਨੂੰ ਦੇਣਗੇ, ਗਰੀਬਾਂ ਨੂੰ ਨਹੀਂ ਦੇਣਗੇ। ਅਨਪੜ੍ਹ ਇੱਥੇ ਅਨਪੜ੍ਹ ਬੰਦਾ ਇੱਕ ਰੇਹੜੀ ਲੈ ਕੇ ਵਿਚਾਰਾ ਰੋਟੀ ਖਾ ਲੈਂਦਾ, ਉਹਨਾਂ ਨੂੰ ਥੋੜ੍ਹੀ ਜੋਬ ਦੇ ਦੇ ਕਾਰਪੋਰੇਟ ਦੇ ਦੇਣਗੇ। ਉਹ ਲੜਾਈ ਸਾਡੀ ਲੜ ਰਹੇ ਆ ਜ਼ਿਮੀਂਦਾਰ, ਇਹ ਜ਼ਿਮੀਂਦਾਰ ਲੜਾਈ ਸਾਡੀ ਲੜਾਈ ਆਮ ਪਬਲਿਕ ਦੀ ਲੜਾਈ ਲੜ ਰਹੇ ਆ। ਇਹ ਲੋਕੀ ਸਮਝ ਨਹੀਂ ਰਹੇ। ਅਸੀਂ ਉਹਨਾਂ ਦਾ ਬਿਲਕੁਲ ਸਾਥ ਦੇਣਾ ਚਾਹੀਦਾ। ਅਸੀਂ ਪ੍ਰੋਟੈਸਟ ਵੀ ਕੀਤਾ ਸੀ ਪਿੱਛੇ, ਬਟ ਅਸੀਂ ਅੱਗੇ ਚੱਲ ਕੇ ਸਾਰਿਆਂ ਨਾਲ ਕੰਟੈਕਟ ਕਰ ਰਹੇ ਹਾਂ ਕਿ ਅਸੀਂ ਨਾਲ ਜਾਣਾ ਚਾਹੀਦਾ। 2012 'ਚ ਸੁਸ਼ਮਾ ਸਵਰਾਜ ਮੈਡਮ ਦੀ ਸੁਣੋ ਤੁਸੀਂ ਸਪੀਚ, ਉਸ ਟਾਈਮ ਉਹਨਾਂ ਨੇ ਕਿਹਾ ਸੀਗਾ ਆੜਤੀ ਕਿਸਾਨ ਦਾ ATM ਹੈਗਾ, ਸੁਸ਼ਮਾ ਸਵਰਾਜ ਦੀ, ਕਿਉਂਕਿ ਉਸ ਸਮੇਂ ਓਪੋਜੀਸ਼ਨ ਸੀਗੀ। ਉਸ ਟਾਈਮ ਹੋਰ ਗੱਲ ਸੀ, ਹੁਣ ਆਪ ਉਹ ਗੌਰਮੈਂਟ 'ਚ ਆ ਗਏ ਤਾਂ ਇਹਨਾਂ ਦੀ ਉਹ ਗੱਲ ਹੋ ਗਈ। ਉਸ ਨੂੰ ਸੁਸ਼ਮਾ ਸਵਰਾਜ ਨੇ ਕਿਹਾ ਸੀ ਇਹ ਆੜਤੀ ਕੋਲ ਜ਼ਿਮੀਂਦਾਰ ਆਉਂਦੇ ਹੈ, ਕੋਈ ਉਹਦੇ ਭੈਣ ਧੀ ਦਾ ਵਿਆਹ ਹੈਗਾ ਤਾਂ ਪੈਸੇ ਲੈ ਜਾਂਦੇ ਆ, ਬੀਜ ਵਾਸਤੇ ਪੈਸੇ ਲੈਂਦੇ ਆ। ਅਸੀਂ 24 ਓਵਰ ਉਹਨਾਂ ਵਾਸਤੇ ਖੜੇ ਹਾਂ ਕਿਸਾਨਾਂ ਵਾਸਤੇ। ਤੇ ਅੱਜ ਤੁਸੀਂ ਬਿਲਕੁਲ ਉਲਟਾ ਹੋ ਗਏ। ਉਸ ਟਾਈਮ ਗੌਰਮੈਂਟ ਨਹੀਂ ਸੀਗੀ ਤਾਂ ਤੁਹਾਨੂੰ ਇਹ ਗੱਲਾਂ ਆਉਂਦੀਆਂ ਸੀਗੀਆਂ, ਔਰ ਗੌਰਮੈਂਟ 'ਚ ਆ ਕੇ ਤੁਸੀਂ ਕਾਰਪੋਰੇਟ ਨਾਲ ਮਿਲ ਕੇ, ਮੇਰੇ ਖਿਆਲ ਦੇ ਅੰਦਰ ਸਾਲ 2 ਸਾਲ ਤੋਂ ਪਹਿਲਾਂ ਪਲੈਨਿੰਗ ਚੱਲਦੀ ਪਈ ਹੈ। ਸੀ ਕੋਈ 1 ਸਾਲ ਪਹਿਲਾਂ ਅਡਾਨੀ ਦੇ ਘੱਟ ਤੋਂ 100 ਏਕੜ ਜ਼ਮੀਨ ਇੱਥੇ ਲਈ ਹੈ ਪਾਣੀਪਤ ਦੇ ਅੰਦਰ, 100 ਏਕੜ ਲਈ ਮੋਗਾ 'ਚ, ਤੇ ਬਿੱਲ ਆਇਆ ਹੁਣ ਉਹਨਾਂ ਦੇ ਸਟੋਰੇਜ ਦੇ, ਉਹ ਸਟੋਰ ਹੀ ਬਣਦੇ ਉਹਨਾਂ ਦੇ, ਅਡਾਨੀ ਦੇ ਸਟੋਰ ਬਣਦੇ ਪਏ ਹੈ। ਉਹ ਸਟੋਰ ਬਣਦੇ ਕਿਸ ਵਾਸਤੇ ਬਣਦੇ ਉਹ? ਸੋ ਇਹ ਸੁਸ਼ਮਾ ਸਵਰਾਜ ਹੋਰਾਂ ਦੀ ਸਪੀਚ ਯਾਦ ਕਰਵਾ ਰਹੇ ਨੇ। ਉਹ ਸੰਸਦ ਵਿੱਚ ਵੀ ਬੋਲੇ ਸਨ ਆੜਤੀਆਂ ਦੇ ਹੱਕ 'ਚ, ਕਿਸਾਨਾਂ ਦੇ ਹੱਕ 'ਚ, ਪਰ ਹੁਣ ਉਹੀ ਕੁਝ ਕਰ ਰਹੇ ਨੇ। ਤੇ ਇਹਨਾਂ ਨੇ ਸਵਾਲ ਉਠਾਇਆ ਅਡਾਨੀਆਂ ਵੱਲੋਂ ਬਹੁਤ ਪਹਿਲਾਂ ਉੱਤਰੀ ਭਾਰਤ ਵਿੱਚ ਜ਼ਮੀਨਾਂ ਖਰੀਦਣ ਤੇ, ਪੰਜਾਬ ਵਿੱਚ, ਹਰਿਆਣਾ ਵਿੱਚ ਤੇ ਪੰਜਾਬ ਵਿੱਚ ਇਹਨਾਂ ਦੇ ਸਟੋਰ ਬਣ ਵੀ ਚੁੱਕੇ ਹਨ। ਤੇ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ? ਇਹ ਕਾਨੂੰਨ ਰੱਦ ਹੋਣੇ ਚਾਹੀਦੇ ਨੇ ਕਿ ਨਹੀਂ? ਬਿਲਕੁਲ ਰੱਦ ਹੋਣੇ ਚਾਹੀਦੇ ਜੀ। ਅਸੀਂ 100% ਹੱਕ ਵੀ ਰੱਦ ਹੋਣੇ ਚਾਹੀਦੇ ਆ। ਅਸੀਂ ਖੁਦ ਪ੍ਰੋਟੈਸਟ ਕਰਨ ਦੀ ਸੋਚ ਰਹੇ ਹਾਂ ਕਿ ਸਾਰੇ ਆੜਤੀ ਮਿਲ ਕੇ ਅਸੀਂ ਉੱਥੇ ਹੀ ਬੈਠਾਂਗੇ ਜਾ ਕੇ। ਆਉਣ ਵਾਲੇ 1-2 ਦਿਨ ਦੇ ਅੰਦਰ ਅਸੀਂ ਵੀ ਸਾਰੇ ਉੱਥੇ ਹੀ ਮਿਲਾਂਗੇ ਜੀ, ਔਰ ਕਾਨੂੰਨ ਰੱਦ ਕਰਵਾ ਕੇ ਰਵਾਂਗੇ। ਨਹੀਂ ਤਾਂ ਅਸੀਂ ਦੇਸ਼ ਵਿਆਪੀ ਹੜਤਾਲ ਸ਼ੁਰੂ ਕਰਾਵਾਂਗੇ। ਅਸੀਂ ਜਿਸ ਤਰ੍ਹਾਂ ਕਿਸਾਨਾਂ ਨੇ ਪੂਰੇ ਮੁਲਕ ਦੇ ਵੱਖ-ਵੱਖ ਕਿਸਾਨ ਯੂਨੀਅਨ ਨਾਲ ਸੰਪਰਕ ਕਰਕੇ ਉਹ ਸਾਰੇ ਇਕੱਠੇ ਹੋ ਗਏ ਨੇ, ਵੱਖ-ਵੱਖ ਸੂਬਿਆਂ ਦੇ, ਉੜੀਸਾ, ਹੋਰ ਸੂਬਿਆਂ ਦੇ ਕਿਸਾਨ ਪਹੁੰਚ ਰਹੇ, ਮਹਾਰਾਸ਼ਟਰ, ਕਰਨਾਟਕਾ, ਤਾਮਿਲਨਾਡੂ, ਕੇਰਲਾ, ਤੇ ਸਾਰੇ ਕਿਸਾਨ ਉੱਥੇ ਪਹੁੰਚ ਰਹੇ ਨੇ। ਰਾਜਸਥਾਨ ਦੇ ਪਹੁੰਚੇ ਹੋਏ ਨੇ, ਹਰਿਆਣਾ, ਯੂਪੀ ਤੇ ਮੱਧ ਪ੍ਰਦੇਸ਼ ਤੱਕ ਕਿਸਾਨ ਪਹੁੰਚੇ ਹੋਏ ਨੇ। ਕਿ ਤੁਸੀਂ ਵੀ ਦੂਜੇ ਸੂਬਿਆਂ ਦੇ ਆੜਤੀਆਂ ਨੂੰ ਨਾਲ ਲੈ ਕੇ ਤਾਲਮੇਲ ਕਰੋਗੇ? ਹਾਂਜੀ ਹਾਂਜੀ, ਪੂਰੇ ਸਾਡਾ ਜਿਹੜੇ ਹੁਣ ਆਲ ਓਵਰ ਸਾਡੇ ਇੰਡੀਆ ਦੇ ਲਿੰਕ ਹੈਗੇ ਆ, ਅਹਿਮਦਾਬਾਦ ਹੈ, ਬੰਬੇ ਹੈ, ਨਾਸਿਕ ਹੈ, ਉਹ ਸਾਰੇ ਸਾਡੇ ਲਿੰਕ 'ਚ ਹੈ। ਉਹਨਾਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ। ਜੈਸੇ उनके ਨਾਲ ਕੰਟੈਕਟ ਸਾਡਾ ਹੋ ਜਾਏਗਾ, ਉਹਨਾਂ ਨਾਲ ਲੈ ਕੇ ਅਸੀਂ ਵੀ ਉੱਥੇ ਪਹੁੰਚਾਂਗੇ। ਸਾਰੇ ਆਉਣ ਵਾਲੇ 2-4 दिन ਦੇ ਅੰਦਰ ਅਸੀਂ ਸਾਰੇ ਉੱਥੇ ही मिलांगे जी। मैम ऐसे है जैसे हमारे यहाँ 168 लाइसेंस ही है, आगे उन एक लाइसेंस पे 4-4 भाई है, कुछ भी है 5-5 लोग काम करते हैं, मतलब 850 आड़ती हो गए कुल मिला के। उसके बाद 15-15 वर्कर है, किसी के पास 15 है, 20 है, 10 है। तो ये लोग बिल्कुल अनपढ़ है। अगर वो रूल आता है तो ये अनपढ़ लोग कहाँ जाएंगे? ये एक इनका रोजी रोटी का जरिया यही है। इनको ना अंबानी नौकरी देगा, ना अदानी नौकरी देगा। क्यों? उनके पास स्टोरेज है, वो स्टोर कर लेंगे इस चीज़ को। मशीनरी आएगी, रोबोट आ जाएंगे, और लेबर का काम भी तो रोबोट कर लेते हैं आजकल बड़ी आसानी से। तो पैसा उनके पास बथेरा है। इस करके ये रूल ख़त्म होना ही चाहिए 101%। ਤੇ ਕੋਵਿਡ ਦੇ ਦੌਰਾਨ ਜੋ ਕੁਝ ਹੋਇਆ ਹੁਣ, ਤੁਸੀਂ ਇਹਦਾ ਵੀ ਕੋਈ ਮੰਨਦੇ ਹੋ? ਮਤਲਬ ਬਿਲਕੁਲ ਬਿਲकुल,
ਇਹਨਾਂ ਨੂੰ ਪਤਾ ਹੀ ਕੋਵਿਡ ਦੇ ਦੌਰਾਨ ਲੱਗਿਆ ਕਿ ਇਹ ਇੱਕ ਬਿਜ਼ਨਸ ਇਹ ਜਿਹਾ ਜਿਹੜਾ ਕਦੀ ਬੰਦ ਹੋ ਹੀ ਨਹੀਂ ਸਕਦਾ, ਕਿ ਉਹ ਸਬਜ਼ੀ ਤਾਂ ਖਾਣੀ ਹੈ। ਕੋਈ ਬੰਦਾ ਫਰੂਟ ਵੀ ਇੰਨਾ ਜ਼ਰੂਰੀ ਨਹੀਂ ਸਮਝੇਗਾ ਲੈਣ ਜਾਣ, ਜੋ ਕਿ ਸਬਜ਼ੀ ਡੇਲੀ ਨੀਡ ਦੀ ਆਈਟਮ ਹੈ। ਇਸ ਕਰਕੇ ਹੁਣ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਬਿਜ਼ਨਸ ਦਾ ਸਾਡੇ ਤੋਂ ਬਾਹਰ ਹੀ ਰਹਿ ਗਿਆ। ਇਹ ਇਸ ਕਰਕੇ ਇਹ ਹੁਣ ਇਸ ਬਿਜ਼ਨਸ 'ਚ ਆਉਣਾ ਚਾਹੁੰਦੇ ਆ ਔਰ ਸਾਨੂੰ ਖਤਮ ਕਰਨਾ ਚਾਹੁੰਦੇ ਆ। ਸੋ ਤੁਸੀਂ ਸੁਣਿਆ ਕਿ ਇਹਨਾਂ ਆੜਤੀ ਭਾਈਚਾਰੇ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਇਹ ਵੀ ਹੁਣ ਜਲਦੀ ਹੀ ਦਿੱਲੀ ਦੇ ਬਾਹਰ-ਬਾਹਰ ਬਾਰਡਰਾਂ ਤੇ ਪਹੁੰਚਣਗੇ ਤੇ ਧਰਨੇ ਲਾਉਣਗੇ। ਕਿਸਾਨ ਦਿੱਲੀ ਦੇ ਬਾਹਰ-ਬਾਹਰ ਬਾਰਡਰਾਂ ਤੇ ਮੋਰਚੇ ਲਾ ਕੇ ਬੈਠੇ ਹਨ, ਉਹਨਾਂ ਦੇ ਬਾਰੇ ਉਹ ਕੀ ਸੋਚਦੇ ਹਨ ਕਿ ਇਹ ਠੀਕ ਹੈ ਜਾਂ ਗਲਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸ਼ੁਭ ਨਾਮ? ਬਲਦੀਪ ਸਿੰਘ ਜੀ। ਤੁਸੀਂ ਕੀ ਕਰਦੇ ਹੋ ਇੱਥੇ ਮੰਡੀ 'ਚ? ਇੱਥੇ ਮੈਡਮ ਸਾਡਾ ਆੜਤ ਦਾ ਕੰਮ ਹੈ ਜੀ। ਇੱਥੇ ਕਾਹਦੀ ਆੜਤ? ਆਲੂ ਪਿਆਜ਼ ਦਾ ਕੰਮ ਹੈ ਜੀ। ਆਲੂ ਪਿਆਜ਼ ਦਾ। ਤੁਸੀਂ ਜੋ ਕਿਸਾਨ ਦਿੱਲੀ ਦੇ ਬਾਹਰ-ਬਾਹਰ ਧਰਨੇ ਤੇ ਬੈਠੇ ਹਨ ਤੇ ਜਿਹੜੇ ਕਿਸਾਨ ਸਰਕਾਰ ਨੇ, ਕੇਂਦਰ ਨੇ ਨਵੇਂ 3 ਖੇਤੀ ਕਾਨੂੰਨ ਲਿਆਂਦੇ ਹਨ, ਉਹਨਾਂ ਬਾਰੇ ਕੀ ਸੋਚਦੇ ਹੋ? ਮੈਡਮ ਉਹ ਬਿੱਲ ਬਿਲਕੁਲ ਗਲਤ ਨੇ ਸਰਕਾਰ ਦੇ, ਤੇ ਕਿਸਾਨਾਂ ਦਾ ਨੁਕਸਾਨ ਹੈ ਮੈਡਮ। ਉਹਨਾਂ 'ਚ ਅਸੀਂ ਉਹਨਾਂ ਨਾਲ ਸਪੋਰਟ ਨਹੀਂ ਕਰਦੇ ਸਰਕਾਰ ਨਾਲ, ਅਸੀਂ ਕਿਸਾਨਾਂ ਦੇ ਨਾਲ ਆ ਜੀ। ਤੇ ਤੁਹਾਨੂੰ ਲੱਗਦਾ ਵੀ ਕਿਸਾਨ ਉੱਥੇ ਠੀਕ ਬੈਠੇ ਨੇ, ਜੋ ਮੰਗ ਕਰ ਰਹੇ ਠੀਕ ਕਰ ਰਹੇ? ਬਿਲਕੁਲ ਠੀਕ ਕਰ ਰਹੇ ਨੇ ਮੈਡਮ। ਮੰਗ ਉਹਨਾਂ ਨਾਲ ਸਾਰਾ ਮੈਡਮ ਇੰਡੀਆ ਹੈ, ਜਿਹੜੇ ਉੱਪਰ ਨੇ ਦਿੱਲੀ ਵਾਲੇ ਉਹ ਹੀ ਨੇ ਉਹਨਾਂ ਦੀ ਗੱਲ ਮੰਨ ਰਹੇ, ਬਾਕੀ ਸਾਰੀ ਪਬਲਿਕ ਮੈਡਮ ਕਿਸਾਨ ਉਹਨਾਂ ਦੇ ਨਾਲ ਨੇ ਜੀ, ਸਾਰੇ ਵਪਾਰੀ ਉਹਨਾਂ ਦੇ ਨਾਲ। ਤੁਹਾਨੂੰ ਕਿਵੇਂ ਲੱਗਦਾ ਵੀ ਇਹ ਕਿਵੇਂ ਗਲਤ ਨੇ? ਮੈਡਮ ਇਹ ਜੋ ਉਹਨਾਂ ਨੇ ਬਿੱਲ ਪਾਸ ਕੀਤੇ ਨੇ ਕਿਸਾਨਾਂ ਵਾਸਤੇ ਨੁਕਸਾਨ ਹੈ ਮੈਡਮ। ਆੜਤੀਆਂ ਦਾ ਵਿੱਚੋਂ ਸਾਰਾ ਖਤਮ ਕਰ ਰਹੇ ਨੇ, MSP ਖਤਮ ਕਰ ਰਹੇ ਨੇ, ਸਾਰਾ ਗਲਤ ਮੈਡਮ। ਕਿਸਾਨਾਂ ਨੇ ਮੰਗਿਆ ਨਹੀਂ ਮੈਡਮ, ਉਹ ਬਿੱਲ ਮੰਗੇ ਨਹੀਂ ਉਹਨਾਂ ਨੂੰ, ਧੱਕੇ ਨਾਲ ਹੀ ਉਹਨੂੰ ਦੇਈ ਜਾ ਰਹੇ ਨੇ ਜੀ। ਤੇ ਤੁਹਾਨੂੰ ਲੱਗਦਾ ਵੀ ਇਹ ਕਾਨੂੰਨ ਰੱਦ ਹੋਣੇ ਚਾਹੀਦੇ? 100% ਮੈਡਮ ਰੱਦ ਹੋਣੇ ਚਾਹੀਦੇ ਨੇ। ਨੁਕਸਾਨ ਹੈ ਕਿਸਾਨਾਂ ਦਾ। ਨਹੀਂ ਤੇ ਇੰਨਾ ਕੌਣ ਉੱਥੇ ਮੈਡਮ ਬਾਹਰ ਦੇਖੋ ਕਿੰਨੇ ਦਿਨ ਹੋ ਗਏ ਨੇ, ਉੱਥੇ 20-25 ਦਿਨ ਹੋ ਗਏ ਨੇ, ਕਿੰਨੇ ਕਿਸਾਨ, ਲੱਖਾਂ ਕਿਸਾਨ ਉੱਥੇ ਮੈਡਮ ਆ ਜਾ ਰਹੇ ਨੇ, ਸਾਰੇ ਬੈਠੇ ਨੇ, ਸਾਰੇ ਉਹਨਾਂ ਦੀ ਸਪੋਰਟ ਕਰ ਰਹੇ ਨੇ। ਤੁਹਾਡਾ ਕੀ ਨਾਮ ਹੈ? भरत अग्रवाल नाम है जी। ਤੁਸੀਂ ਕੀ ਕਰਦੇ ਹੋ? मेरा आड़त का काम है जी। ਇਹ ਕਾਸ ਦੀ ਆਦਤ? आलू प्याज की आड़त का काम है। ਅੱਛਾ, ਤੁਸੀਂ ਵੀ ਆਲੂ ਪਿਆਜ਼ ਦਾ ਕਰਦੇ ਹੋ। ਤੁਸੀਂ ਜਿਹੜੇ ਨਵੇਂ ਖੇਤੀ ਕਾਨੂੰਨ ਆਏ ਨੇ ਤੇ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਨੇ, ਉਹਦੇ ਬਾਰੇ ਕੀ ਸੋਚ? ये तो जी एक कहते हैं ऐसा कानून ये लेके आई है सरकार जिसको मतलब सदियों तक बुलाया नहीं जाएगा। इतने लोग शहीद हो रहे हैं, इतने मतलब परेशान हो रहे हैं लोग, जब भी सरकार अपने अड़ियल रवैये के पे अड़ी हुई है। जो कानून जिसके लिए लाया गया है वो अगर उससे सुनिश्चित नहीं है, बाहर की गवर्नमेंटें भी कह रही हैं कि अगर पब्लिक ही परेशान है तो उसे रख रखने में क्या दिक्कत है, वापस जाने में क्या दिक्कत है। तो जिद का सवाल हो गया सरकार की कि हमने नहीं वापस नहीं लेके जाना। पब्लिक ही नेताओं को संसद तक पहुंचाती है, और संसद अगर इस तरह के बिल लाएगी पब्लिक के खिलाफ ही, तो मैं नहीं मानता कि वो दोबारा सरकार को आने का भी हक है संसद में। ਤੁਹਾਨੂੰ ਲੱਗਦਾ ਵੀ ਇਹ ਕਾਨੂੰਨ ਰੱਦ ਹੋਣੇ ਚਾਹੀਦੇ? रद्द होने चाहिए थे। आने वाले चुनावों में भी इसका खमियाजा बीजेपी सरकार को भुगतना पड़ेगा, क्योंकि ये भूलने लायक गलती नहीं है। ਮੈਡਮ ਅੱਜ ਤੱਕ ਅਸੀਂ ਵੇਖਿਆ ਨਹੀਂ ਕਿ ਜੋ ਅੱਜ ਇਹਨਾਂ ਨੇ ਕੀਤਾ ਹੈ ਕਿਸਾਨਾਂ ਦਾ ਹਾਲ। ਕਿਸਾਨ ਮੈਡਮ ਅੰਨ ਪੈਦਾ ਕਰਦਾ, ਸਾਰੇ ਦੇਸ਼ ਨੂੰ ਮੈਡਮ ਅੰਨ ਖਵਾਉਂਦਾ, ਤੇ ਉਹਨਾਂ ਨਾਲ ਇਹ ਹਾਲ ਕਰ ਰਹੇ ਨੇ। ਦੇਖੋ ਸੜਕ ਮੈਡਮ ਠੰਡਾ 'ਚ ਉੱਥੇ ਬੈਠੇ ਨੇ ਕਿਸਾਨ ਵਿਚਾਰੇ, ਤੇ ਉੱਥੇ ਜਾ ਕੇ ਸਾਰਿਆਂ ਨੇ ਲੰਗਰ ਲਾਏ ਨੇ, ਹਰਿਆਣੇ ਵਾਲੇ, ਪੰਜਾਬ ਵਾਲੇ, ਸਾਰੇ ਵਾਲੇ। ਇੱਕ ਜਿਹੜੀ ਸਰਕਾਰ ਇਹ ਤੰਗ ਕਰ ਰਹੀ ਕਿਸਾਨਾਂ ਨੂੰ, ਤੇ ਉਹਨਾਂ ਦੇ ਹੱਕ ਮੈਡਮ ਹੁਣ ਕਿੰਨੇ ਦਿਨ ਹੋ ਗਏ ਨੇ ਦੇਖੋ ਬਾਹਰ ਬੈਠਿਆਂ ਨੂੰ। ਤੁਹਾਨੂੰ ਲੱਗਦਾ ਕਿ ਤੁਹਾਡਾ ਵੀ ਕੋਈ ਨੁਕਸਾਨ ਹੋਏਗਾ ਇਹਨਾਂ ਕਾਨੂੰਨਾਂ ਕਰਕੇ? मैम बात फ़ायदे नुकसान की नहीं है, बात सही और गलत की है। अगर कोई गलत किसी को आपत्ति है, कानून किसके लिए होता है? पब्लिक पे ही लिए। अगर पब्लिक उस चीज़ को ऑब्जेक्शन कर रही है तो सरकार को बैकफुट पे आना चाहिए। ये जिद का तो सवाल ही नहीं है इसमें। अगर कोई हित के अकॉर्डिंग नहीं है कार्य, तभी गवर्नमेंट वो किसान विरोध कर रहे हैं ना। अगर उनके पक्ष में होते तो क्यों कौन विरोध करता? ऐसा मतलब कि मेरे कहने का सिर्फ ये मैं कहना चाहूँगा कि सरकार को अभी भी समय है कि सोचना चाहिए, ਮੰਗਾਂ ਮੰਨ ਲੈਣੀ ਚਾਹੀਦੀਆਂ ਨੇ। मांगे मान लेनी चाहिए। खाली किसान ही नहीं, आम आदमी भी, हर इंसान इनके साथ है, सपोर्ट खड़ा है, क्योंकि इसमें आने वाले टाइम में बहुत महंगाई होगी जो कि मिडिल क्लास को बिल्कुल ही ख़त्म कर देगी। ਸੋ ਇਹਨਾਂ ਦਾ ਕਹਿਣਾ ਹੈ ਕਿ ਗੱਲ ਫਾਇਦੇ ਨੁਕਸਾਨ ਤੋਂ ਵੀ ਵੱਡੀ ਕਿ ਸਹੀ ਜਾਂ ਗਲਤ ਹੋਣ ਤੇ ਹੈ, ਤੇ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ, ਕਿਉਂਕਿ ਇਹਨਾਂ ਨਾਲ ਆਮ ਲੋਕਾਂ ਨਾਲ ਲਈ ਵੀ ਮਹਿੰਗਾਈ ਬਹੁਤ ਵੱਧ ਜਾਏਗੀ ਤੇ ਲੋਕਾਂ ਦਾ ਜਿਉਣਾ ਦੁੱਭਰ ਹੋ ਜਾਏਗਾ। ਮੰਡੀ ਵਿੱਚ ਆਲੂ ਪਿਆਜ਼ ਖਰੀਦਣਾ ਹੈ, ਆਪਾਂ ਇੱਕ ਦੋ ਗਾਹਕਾਂ ਨਾਲ ਵੀ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸ਼ੁਭ ਨਾਮ ਹੈ? ਮੈਂ ਸਰ ਗੁਰਨਾਮ ਸਿੰਘ ਸਿੱਧੂ, ਸਿੱਧੂ ਫਾਰਮ ਹਾਊਸ, ਚੰਡੀਗੜ੍ਹ। ਤੁਸੀਂ ਇਹਨਾਂ ਬਾਰੇ ਕੀ ਸੋਚਦੇ ਹੋ ਜੋ ਕੇਂਦਰ ਨੇ ਨਵੇਂ ਖੇਤੀ ਕਾਨੂੰਨ ਲਿਆਂਦੇ ਨੇ ਅਤੇ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਨੇ? ਦਿੱਲੀ ਦੇ ਆਲੇ ਦੁਆਲੇ ਬਾਰਡਰਾਂ ਤੇ ਉਹ ਮੋਰਚੇ ਲਾ ਕੇ ਬੈਠੇ ਨੇ। ਬੜਾ ਹੀ ਦੁੱਖ ਆਉਂਦਾ ਮੋਦੀ ਦੀ ਅਕਲ ਤੋਂ ਤੇ ਕੇਂਦਰ ਸਰਕਾਰ ਤੋਂ। ਮੈਨੂੰ ਭੁੱਖ ਨਹੀਂ ਹੈ, ਕਹਿੰਦੇ ਬੋਲੋ ਬੋਲੀ ਖਾਓ। ਕਿਸਾਨ ਚਾਹੁੰਦੇ ਨਹੀਂ, ਤੇ ਮੈਂ ਇੰਨਾ ਫਾਇਦਾ, ਇੰਨਾ ਪਾਗਲਪਨ ਦਾ ਮੋਦੀ ਦਾ ਦਿਸਦਾ
ਬੱਚੇ ਤੋਂ ਬੱਚਾ ਵੀ ਕਹੂਗਾ ਛੋਟਾ ਵੀ ਇਹ ਪਾਗਲਪਨ ਹੈ। ਉਹ ਚਾਹੁੰਦੇ ਨਹੀਂ ਤੇ ਮੱਲੋਮੱਲੀ ਕਾਨੂੰਨ ਬਣਾ ਰਹੇ ਆ। ਨਹੀਂ, ਤੁਹਾਨੂੰ ਪਰਸਨਲੀ ਲੱਗਦਾ ਕਿ ਉਹ ਕਾਨੂੰਨ ਗਲਤ ਨੇ? ਬਿਲਕੁਲ ਗਲਤ ਹੈ। ਵੇਖੋ ਜਿਹੜੇ ਪੜ੍ਹੇ ਲਿਖੇ ਬੰਦੇ, ਹੁਣ ਖੇਤੀਬਾੜੀ 'ਚੋਂ ਪੁਰਾਣੇ ਜ਼ਮੀਂਦਾਰ ਤਾਂ ਹੈ ਨਹੀਂ, ਨਵੇਂ ਮੁੰਡੇ ਪੜ੍ਹੇ ਲਿਖੇ ਆ, ਵਕੀਲ ਗਏ, ਕਿੰਨੇ ਡੈਪੂਟੇਸ਼ਨ ਆਏ। ਕੱਲ ਬੁੱਧੀਜੀਵੀਆਂ ਨੇ ਪ੍ਰੈਸ ਕੀਤੀ, ਰਿਟਾਇਰਡ IAS ਅਫਸਰਾਂ ਨੇ ਕੀਤੀ ਹੈ ਵੀ ਇਹ ਨਹੀਂ ਫਾਇਦੇਮੰਦ ਕਿਸਾਨਾਂ ਦੇ, ਤੂੰ ਕਿਉਂ ਮੱਲੋਮੱਲੀ ਦੇ ਰਿਹਾ। ਐਡੀ ਬੁੱਧੀ ਭ੍ਰਿਸ਼ਟ ਹੋਈ ਆ ਮੋਦੀ ਦੀ, ਮੈਂ ਹੈਰਾਨ ਆ ਇਸ ਗੱਲੋਂ। ਇੰਨਾ ਜ਼ਿੰਦਗੀ 'ਚ ਪਹਿਲੀ ਵਾਰ ਵੇਖਿਆ ਪ੍ਰਾਈਮ ਮਿਨਿਸਟਰ ਰੈਂਕ ਤੇ ਬੰਦਾ ਹੁੰਦਾ, ਉਹਦੇ ਨਾਲ ਦੇ ਸਾਥੀ, ਉਹਦੀ ਪਾਰਟੀ, ਇੰਨਾ ਦੇਸ਼ ਮੁਲਕ ਨੂੰ ਇੰਨਾ ਨੁਕਸਾਨ ਕਰਨ ਲੱਗੇ ਆ। ਇਹ ਦੇਸ਼ ਧਰੋਹੀ ਹੈ, ਦੂਜਿਆਂ ਨੂੰ ਕਹਿੰਦੇ ਆ ਇਹ ਖੁਦ ਦੇਸ਼ ਧਰੋਹੀ ਹੈ। ਤੁਸੀਂ ਦੱਸੋਗੇ ਇਹ ਕਾਨੂੰਨ ਕਿਸ ਤਰ੍ਹਾਂ ਆਮ ਲੋਕਾਂ ਦੇ ਵਿਰੁੱਧ ਨੇ ਜਾਂ ਕਿਸਾਨਾਂ ਦੇ ਵਿਰੁੱਧ ਨੇ? ਵੇਖੋ ਡੀਪਲੀ ਤਾਂ ਮੈਂ ਨਹੀਂ ਪੜ੍ਹਿਆ ਇਹਨੂੰ, ਪਰ ਜੇ ਵੇਖੋ ਕਿਸਾਨ, ਇੱਕ ਛੋਟਾ ਬੱਚਾ ਹੈ, ਉਹ ਕਹਿੰਦਾ ਮੈਂ ਕੁਝ ਖਾਣਾ ਨਹੀਂ, ਤੇ ਉਹਨੂੰ ਪਿਓ ਹੀ ਕਹੇ ਮੱਲੋਮੱਲੀ ਮੈਂ ਖਵਾਉਣਾ, ਤੈਨੂੰ ਦੇਣਾ, ਤੇ ਉਲਟੀ ਕਰੂਗਾ। ਜਦੋਂ ਜ਼ਿਮੀਂਦਾਰ ਕਹਿੰਦੇ ਵੀ ਸਾਨੂੰ ਨਹੀਂ ਚਾਹੀਦਾ, ਅਸੀਂ ਕੋਈ ਨਾ ਮੰਗਿਆ ਤੇ ਨਾ ਸਾਨੂੰ ਚਾਹੀਦਾ, ਦੇਣੇ ਤਾਂ ਹੋਰ ਸਹੂਲਤਾਂ ਦੇਣ। ਇਹ ਮੱਲੋਮੱਲੀ ਉਹਨਾਂ ਨਾਲ ਤਿੱਕੜੀ ਨਾਲ ਰਲਿਆ, ਬਗੈਰ ਪੁੱਛਿਆ ਆਪਣੇ ਆਪ ਸਭ ਕੁਝ ਕੀਤਾ। ਕਿਹੜੀ ਤਿੱਕੜੀ ਨਾਲ? ਅਡਾਨੀ ਅਬਾਨੀ ਜਿਹੜੇ ਤੇਰੇ ਨਾਲ ਜਿਹੜੇ ਵੱਡੇ ਆਏ ਆਪਣੇ, ਹਾਂ ਕਾਰਪੋਰੇਟ ਘਰਾਣਿਆਂ ਨਾਲ। ਤੇ ਇਹਦੀ ਅਕਲ ਤੇ ਤਰਸ ਆਉਂਦਾ। ਮੋਦੀ ਇੱਕ ਪ੍ਰਾਈਮ ਮਿਨਿਸਟਰ ਮੁਲਕ ਦਾ ਹੋਵੇ ਤੇ ਉਹ ਇਹ ਗੱਲਾਂ ਕਰੇ, ਤੇ ਨਾਲ ਇਹਦੀ ਮਿਨਿਸਟਰੀ ਜਿਹੜੀ ਕੈਬਨਿਟ ਹੈ, ਦਿਰ ਫਟੇ ਮੂੰਹ ਮੈਂ ਤਾਂ ਕਹਿੰਦਾ ਇਹ ਜੇ ਬੰਦਿਆਂ ਦੇ ਜਿਹੜੇ ਇਹੋ ਜਿਹੇ ਮੁੱਖ ਆਗੂ ਹੈ। ਤੁਹਾਨੂੰ ਲੱਗਦਾ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਨੇ? ਬਿਲਕੁਲ ਰੱਦ ਹੋਣੇ ਚਾਹੀਦੇ, ਨਹੀਂ ਮੁਲਕ ਦਾ ਨੁਕਸਾਨ ਹੋਊਗਾ। ਬਿਲਕੁਲ ਰੱਦ ਹੋਣੇ। ਛੋਟੇ ਛੋਟੇ ਬੱਚੇ, ਬੀਬੀਆਂ, ਭਾਈ ਸਾਰੇ ਬੈਠੇ ਆ, ਕੋਈ ਇਨਸਾਨੀਅਤ ਹੀ ਹੈ ਨਹੀਂ। ਇੱਕ ਸਰਕਾਰ ਦਾ ਕੰਮ ਹੁੰਦਾ ਕੁੱਲੀ ਗੁੱਲੀ ਜੁੱਲੀ ਦੇਣਾ, ਹਰ ਇੱਕ ਨੂੰ ਰਿਹਾਇਸ਼ ਦਾ, ਹਰ ਇੱਕ ਨੂੰ ਖਾਣੇ ਪੀਣੇ ਦਾ, ਤੇ ਇਹ ਉੱਥੇ ਰੋਲ ਲਿਆ। ਸਰਦੀਆਂ ਦੀ ਰੁੱਤ ਹੈ ਤੇ ਉੱਥੇ ਵਿਚਾਰੇ ਬੈਠੇ ਆ, ਕਿੰਨੀ ਤਰਸਨਾਕ ਗਲਤ ਗੱਲ ਹੈ। ਸੋ ਇਹ ਬਹੁਤ ਦੁਖਦਾਈ ਹੈ। ਤੁਸੀਂ ਇਹਨਾਂ ਕਾਨੂੰਨ, ਤੁਸੀਂ ਦੱਸੋਗੇ ਤੁਹਾਡਾ ਕੀ ਨਾਂ ਹੈ ਜੀ? ਮੈਂ ਆਨੰਦ ਸਿੰਘ ਹੈ ਜੀ। ਕਿੱਥੋਂ, ਚੰਡੀਗੜ੍ਹ ਦੇ ਹੋ? ਨਹੀਂ, ਮੈਂ ਰਾਜਪੁਰੇ ਤੋਂ ਰਹਿਣ ਵਾਲਾ। ਮੈਡਮ ਇੱਥੇ ਕਿਵੇਂ ਆਏ ਹੋ? ਇੱਥੇ ਮੇਰੇ ਭਾਈ ਸਾਹਿਬ ਨੇ, ਵੱਡੇ ਭਾਈ ਸਾਹਿਬ ਨੇ, ਤੇ ਇੱਥੇ ਹੀ ਮੰਡੀ ਜਾਏ ਸੀਗੇ। ਤੁਹਾਨੂੰ ਇਹਨਾਂ ਕਾਨੂੰਨਾਂ ਬਾਰੇ ਕੁਝ ਕਹਿਣਾ? ਬਿਲਕੁਲ ਇਹ ਕਾਨੂੰਨ ਇਹ ਤਾਂ ਲੋਕ ਮਾਰੂ ਨੇ, ਕਿਸਾਨ ਮਾਰੂ ਨਹੀਂ। ਆਹ ਦੇਖੋ ਨਿਗਾਹ ਮਾਰ ਕੇ ਤੁਸੀਂ ਮੰਡੀ 'ਚ ਖੜੇ, ਕਿੰਨੇ ਬੰਦੇ ਦਾ ਰੁਜ਼ਗਾਰ ਚੱਲ ਰਿਹਾ, ਲੱਖਾਂ ਬੰਦਿਆਂ ਦੀ ਰੋਟੀ ਰੋਜੀ ਦਾ ਸਵਾਲ ਹੈ ਇੱਥੇ। ਜਿਹੜੀ ਸਰਕਾਰ ਚਾਹੁੰਦੀ ਹੈ ਵੀ ਇਹਨਾਂ ਨੂੰ ਬਰਬਾਦ ਕਰ ਦਿਓ ਸਾਰਿਆਂ ਨੂੰ। ਨਹੀਂ, ਤੁਹਾਡੇ ਮੁਤਾਬਕ ਇਹਨਾਂ ਸਾਰਿਆਂ ਦਾ ਰੁਜ਼ਗਾਰ ਚਲਾ ਜਾਏਗਾ ਇਹਨਾਂ ਕਾਨੂੰਨਾਂ ਨਾਲ? ਬਿਲਕੁਲ ਜਾਂਦਾ ਜਾਏਗਾ। ਜਦੋਂ ਆੜਤੀ ਖਤਮ ਹੋ ਜਾਏਗਾ, ਸਿਸਟਮ ਹੀ ਖਤਮ ਹੋ ਜਾਏਗਾ, ਕਿਵੇਂ ਇਹਨਾਂ ਦੇ ਪਰਿਵਾਰ ਚੱਲਣਗੇ? ਪੀੜ੍ਹੀ ਦਰ ਪੀੜ੍ਹੀ ਬੈਠੇ ਨੇ, ਇਕੱਲੇ ਇਕੱਲੇ ਪਰਿਵਾਰ ਦੇ 10 ਪੀੜ੍ਹੀਆਂ ਤੇ ਬਰਬਾਦ ਹੋ ਚੁੱਕੀਆਂ ਇਹਨਾਂ ਦੀਆਂ, ਤਾਂ ਦੁਕਾਨਾਂ ਬਣਾਈ ਬੈਠੇ ਨੇ। ਇਹ ਕਾਰਪੋਰੇਟ ਨੂੰ ਦੇ ਦੇਣਗੇ, ਅਡਾਨੀ ਨੂੰ, ਅਬਾਨੀ, ਇਹਨਾਂ ਨੂੰ ਬਿਠਾ ਦੇਣਗੇ ਲਿਆ ਕੇ, ਤੇ ਆਮ ਆਦਮੀ ਦਾ ਕੀ ਬਣੇਗਾ? ਤੁਸੀਂ ਮੈਡਮ ਕੋਟੀ ਪਾਈ ਹੋਈ ਹੈ, ਤੁਹਾਨੂੰ ਮੈਂ ਆਪਣੀ ਜੈਕਟ ਦਾ ਪਾਓਗੇ ਧੱਕੇ ਨਾਲ? ਬਿਲਕੁਲ ਨਹੀਂ, ਧੱਕੇ ਨਾਲ ਲੋਕਾਂ ਨੂੰ ਆਪਣੀ ਜੈਕਟ ਪਾ ਰਿਹਾ ਜੇ। ਹਾਂ, ਤੁਹਾਡਾ ਮਤਲਬ ਹੈ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਨੇ? ਬਿਲਕੁਲ, ਲੋਕਾਂ ਵੱਲੋਂ ਕਾਨੂੰਨ ਰੱਦ ਨੇ ਪਹਿਲਾਂ ਹੀ, ਇਹ ਤਾਂ ਗਵਰਨਮੈਂਟ ਨੇ ਲਾਗੂ ਕਰੇ ਹੋਏ ਨੇ। ਇਹ ਜਿਹੜੀ ਚੀਜ਼ ਲੋਕ ਮੰਨਦੇ ਹੀ ਨਹੀਂ ਹੈ, ਕਾਨੂੰਨ ਕਾਲੇ ਕਾਨੂੰਨ ਨੇ, ਇਹਨਾਂ ਕਾਨੂੰਨਾਂ ਨੂੰ ਰੱਦ ਹੋਣਾ ਚਾਹੀਦਾ। ਆਮ ਜਨਤਾ ਦੇ ਭਲੇ ਦਾ ਕੰਮ ਕਰਨਾ ਚਾਹੀਦਾ, ਜਿਹੜੇ ਕਿ ਲੋਕ ਆਜ਼ਾਦੀ ਦਾ ਨਿੱਘ ਮਾਣ ਸਕਣ। ਪਰ ਇਹ ਦੂਜੀ ਅੰਗਰੇਜ਼ ਚਲੇ ਗਏ, ਦੂਜੇ ਅੰਗਰੇਜ਼ ਆ ਕੇ ਇਹਨਾਂ ਨੇ ਗੁਲਾਮ ਕਰੇ ਹੋਏ ਨੇ। ਸੋ ਇਹਨਾਂ ਮੰਡੀ ਵਿੱਚ ਆਏ ਦੋ ਗਾਹਕਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਬਿਲਕੁਲ ਕਾਲੇ ਨੇ ਤੇ ਮੂਲੋਂ ਹੀ ਰੱਦ ਹੋਣੇ ਚਾਹੀਦੇ ਨੇ। ਇਹ ਇਕੱਲੀ ਕਿਸਾਨੀ ਦੇ ਨਹੀਂ, ਆਮ ਲੋਕਾਂ ਦੇ ਵੀ ਖਿਲਾਫ ਨੇ। ਵੱਖ-ਵੱਖ ਆੜਤੀਆਂ ਨਾਲ ਗੱਲ ਕਰਨ ਤੇ ਬਹੁਤਿਆਂ ਨੇ ਇਹ ਆਖਿਆ ਕਿ ਇਹ ਜੋ ਨਵੇਂ ਖੇਤੀ ਕਾਨੂੰਨ ਸਰਕਾਰ ਲੈ ਕੇ ਆਈ ਹੈ, ਇਹ ਇਕੱਲੇ ਕਿਸਾਨਾਂ ਦੇ ਵਿਰੁੱਧ ਨਹੀਂ ਹਨ। ਇਹਦਾ ਜ਼ਿਆਦਾ ਨੁਕਸਾਨ ਆੜਤੀਆਂ, ਪੱਲੇਦਾਰ ਤੇ ਮਜ਼ਦੂਰਾਂ ਨੂੰ ਅਤੇ ਇਸ ਦੇ ਹਿਸਾਬ ਨਾਲ ਆਮ ਗਰੀਬ ਲੋਕਾਂ ਨੂੰ ਹੋਏਗਾ। ਸਭ ਤੋਂ ਵੱਡੀ ਜੋ ਗੱਲ ਸਾਹਮਣੇ ਆਈ, ਉਹਨਾਂ ਦਾ ਕਹਿਣਾ ਕਿ ਇੱਕ ਮੰਡੀ ਹੀ ਠੀਕ ਠਾਕ ਜਿਹਾ ਇਹੋ ਜਿਹਾ ਖੇਤਰ ਸੀ, ਖੇਤੀ ਵਾਂਗ ਜਿਹੜੀ ਠੀਕ ਠਾਕ ਚੱਲ ਰਹੀ ਸੀ, ਕੋਵਿਡ ਦੌਰਾਨ ਵੀ ਠੀਕ ਚੱਲ ਰਹੀ ਸੀ ਤੇ ਬਹੁਤਾ ਘਾਟਾ ਨਹੀਂ ਸੀ ਪੈਂਦਾ। ਪਰ ਹੁਣ ਸਰਕਾਰ ਉਹਨਾਂ ਨੂੰ ਹਥਿਆ ਕੇ ਇਹ ਮੰਡੀ, ਇਹ ਖੇਤਰ ਵੀ ਹਥਿਆ ਕੇ ਵੱਡੇ ਕਾਰਪੋਰੇਟ ਪਲੇਅਰਸ ਨੂੰ ਦੇਣਾ ਚਾਹੁੰਦੀ ਹੈ, ਉਹਨਾਂ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ ਤੇ ਕਾਰਪੋਰੇਟ ਹਾਊਸਿਸ ਨੂੰ ਆਮ ਮਜ਼ਦੂਰ, ਅਨਸਕਿਲਡ ਲੇਬਰ, ਗਰੀਬ ਆਮ ਔਰਤਾਂ, ਉਹਨਾਂ ਦੀ ਲੋੜ ਨਹੀਂ ਪਏਗੀ ਕੰਮ ਲਈ। ਉਹਨਾਂ ਨੂੰ ਪੜ੍ਹੇ ਲਿਖੇ ਤੇ ਟੈਕਨੀਕਲੀ ਵੱਧ ਜਾਣਦੇ ਬੜੇ ਥੋੜ੍ਹੇ ਜਿਹੇ ਲੋਕਾਂ ਦੀ ਲੋੜ ਪਏਗੀ। ਕੁਝ ਆੜਤੀਆਂ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਵੱਡੇ ਪਲੇਅਰਸ ਤਾਂ ਰੋਬੋਟਸ ਤੋਂ ਵੀ ਕੰਮ ਲੈ ਲੈਣਗੇ। ਸੋ ਬਹੁਤ ਵੱਡੇ ਪੱਧਰ ਤੇ ਉਹਨਾਂ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਵਧੇਗੀ। ਆੜਤੀਆਂ ਨੇ ਮਖੌਲ ਵਿੱਚ ਇਹ ਵੀ ਆਖਿਆ ਕਿ 2-4 ਸਾਲਾਂ ਵਿੱਚ ਉਹਨਾਂ ਦੀ ਹਾਲਤ ਇਹ ਹੋਏਗੀ ਕਿ ਉਹ ਖੁਦ ਅਡਾਨੀ ਅੰਬਾਨੀ ਦੇ ਯਾਰਡ ਵਿੱਚੋਂ ਪੈਸੇ ਜਮ੍ਹਾਂ ਕਰਵਾ ਕੇ ਥੋੜ੍ਹੀ ਜਿਹੀ ਸਬਜ਼ੀ ਖਰੀਦ ਕੇ ਕਿਤੇ ਵੇਚਣ ਦਾ ਉਪਰਾਲਾ ਕਰਿਆ ਕਰਨਗੇ।
ਇਹ ਵੀ ਸੰਭਵ ਰਹੇਗਾ ਕਿ ਨਹੀਂ ਰਹੇਗਾ, ਇਹ ਵੱਖਰਾ ਮੁੱਦਾ ਹੈ। ਸੋ ਹਾਲ ਦੀ ਘੜੀ ਇਹ ਸਾਰੇ ਆੜਤੀਆਂ ਤੇ ਮੰਡੀ ਵਾਲਿਆਂ ਦਾ ਕਹਿਣਾ ਹੈ ਕਿ ਕਿਉਂਕਿ ਵੱਡੇ ਪੱਧਰ ਤੇ ਲੋਕ ਬੇਰੁਜ਼ਗਾਰ ਹੋ ਜਾਣਗੇ, ਸੋ ਇਹ ਕਾਨੂੰਨ ਫੌਰੀ ਤੌਰ ਤੇ ਰੱਦ ਹੋਣੇ ਚਾਹੀਦੇ ਨੇ। ਅਤੇ ਉਹਨਾਂ ਨੇ ਆਖਿਆ ਕਿ ਉਹ ਭਾਰਤ ਮੁਲਕ ਦੇ ਪੱਧਰ ਤੇ ਆਪਣੇ ਆੜਤੀਆ ਭਾਈਚਾਰੇ ਨਾਲ ਤਾਲਮੇਲ ਕਰਕੇ ਉਹ ਖੁਦ ਵੀ ਪ੍ਰੋਟੈਸਟਾਂ ਵਿੱਚ ਜਾਣ ਦੀ ਤਿਆਰੀ ਕਰ ਰਹੇ ਹਨ। ਸ਼ੁਕਰੀਆ। ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਤੁਸੀਂ ਟੀਵੀ ਪੰਜਾਬ ਦੇਖਦੇ ਰਹੋ। ਅਸੀਂ ਗਰਾਊਂਡ ਜ਼ੀਰੋ ਹੋਰ ਵੀ ਤੁਹਾਨੂੰ ਰਿਪੋਰਟਾਂ ਦਿੰਦੇ ਰਵਾਂਗੇ, ਤੁਹਾਨੂੰ ਰੂਬਰੂ ਕਰਦੇ ਰਵਾਂਗੇ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।